दोस्तों ਅਸੀਂ ਡਿੱਗੂ ਬ੍ਰਦਰ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਤੁਹਾਡੇ ਵਾਸਤੇ ਕੁਝ ਇੰਪੋਰਟੈਂਟ ਬਿਜ਼ਨਸ ਟਿਪਸ ਲੈ ਕੇ। ਪਹਿਲਾਂ ਤਾਂ ਆਪਾਂ ਉਮੀਦ ਕਰਦੇ ਹਾਂ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਆਪਣੇ ਘਰ ਦੇ ਵਿੱਚ ਬਿਲਕੁਲ ਠੀਕ ਸਿਹਤਮੰਦ ਹੋਵੋਗੇ। ਤੇ ਜਿੱਦਾਂ ਕਿ ਸਾਨੂੰ ਪਤਾ ਆ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਿਹੜਾ ਬਾਹਰ ਬਹੁਤ ਚੱਲ ਰਿਹਾ ਵਾ ਤੇ ਉਹਦੇ ਵਿੱਚ ਸੇਫਟੀ ਦਾ ਪੂਰਾ ਖਿਆਲ ਰੱਖਣਾ। ਔਰ ਅਸੀਂ ਪਿਛਲੇ ਲਗਭਗ 50 ਦਿਨਾਂ ਤੋਂ ਲੋਕਡਾਊਨ ਦੇ ਵਿੱਚ ਆ ਤੇ थोड़े दिन पहला ही गवर्नमेंट ने कुछ लॉकडाउन दे विच छूट भी दी है और लॉकडाउन दे विच सारे कामकार जिहड़े आ बंद पे हुए आ, सारियां दे काम बंद पे हुए आ। ते अज असीं तुहाडे नाल इंपोर्टेंट टिप्स लेके आए आ कि जिहड़े समझदार बंदे हुंदे आ ਉਹ परिस्थितियां दे हिसाब नाल अपने आप नूं बदल के कामयाबी ਵੱਲ ਵਧਦੇ ਜਾਂਦੇ ਆ। ਤੇ ਅਸੀਂ ਅੱਜ ਜਿਹੜੇ ਇੰਪੋਰਟੈਂਟ ਬਿਜ਼ਨਸ ਟਿਪਸ ਲੈ ਕੇ ਆਏ ਆ ਕਿ ਹੁਣ ਕਰੋਨਾ ਮਹਾਮਾਰੀ ਨੂੰ ਤਾਂ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਜਿਹੜੀ ਕੁਦਰਤੀ ਆਪਦਾਵਾਂ ਜਿਵੇਂ ਕਿ ਸੁਨਾਮੀ, ਭੂਕੰਪ, ਬਾਰਿਸ਼ ਅਸੀਂ ਨਹੀਂ ਰੋਕ ਸਕਦੇ, ਉਸੇ ਤਰ੍ਹਾਂ ਕਰੋਨਾ ਨੂੰ ਵੀ ਨਹੀਂ ਰੋਕ ਸਕਦੇ, ਪਰ ਅਸੀਂ ਆਪਣੇ ਕੰਮ ਕਰਨ ਦੇ ਤਰੀਕਿਆਂ ਨੂੰ ਬਦਲ ਕੇ ਆਪਣੇ ਆਪ ਨੂੰ ਅੱਗੇ ਜਿਹੜਾ ਆ ਲੈ ਕੇ ਆ ਸਕਦੇ ਹਾਂ। ਤੇ ਹੁਣ ਉਹ ਕੰਮ ਕਰਨ ਦੇ ਤਰੀਕੇ ਕਿਹੜੇ ਹੋਣੇ ਚਾਹੀਦੇ ਆ ਉਹਦੇ ਬਾਰੇ ਆਪਾਂ ਜ਼ਰੂਰੀ ਗੱਲਬਾਤ ਕਰਨੀ ਆ। ਤੇ ਜਿਹੜੀ ਅੱਜ ਗੱਲਬਾਤ ਹੋਣੀ ਆ ਬਹੁਤ ਹੀ ਇੰਪੋਰਟੈਂਟ, ज्यादा लंबी नहीं होनी, बहुत छोटी होनी है, एक लाइन दे विच ही बहुत डूंगी गलबात होनी है। ते तुसी गलबात नूं बड़े ही ध्यान नाल सुनना, कुछ ना समझ आवे तो बार बार वीडियो नूं देखना, फिर भी कोई समझ ना आवे तो सानू कॉन्टैक्ट करना कि मैनूं इहदा नहीं पता लगा। और वेरी इंपोर्टेंट अपने कोल डायरी पेन जरूर लैके बैठना ताकि इंपोर्टेंट गल्लां तुसी नोट कर सको। ते हुण देखो जिद्दां असीं मीटिंग करन दा तरीका ਅਸੀਂ ਤਾਂ ਹੁਣੀ ਗੱਲ ਕੀਤੀ ਕਿ ਕੰਮ ਕਰਨ ਦੇ ਤਰੀਕੇ ਨੂੰ ਆਪਣੇ ਹਿਸਾਬ ਨਾਲ ਬਦਲ ਲੈਣਾ, परिस्थिति ਦੇ ਹਿਸਾਬ ਨਾਲ ਬਦਲ ਲੈਣਾ। ਤੇ ਹੁਣ ਅਸੀਂ ਵੀ ਦੇਖੋ ਮੀਟਿੰਗ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ। ਪਹਿਲਾਂ ਅਸੀਂ ਰੋਲ ਪਲਾਜ਼ਾ ਅਸੀਂ ਮਿਲਦੇ ਹੁੰਦੇ ਸੀ ਇਦਾਂ, ਹੁਣ ਅਸੀਂ YouTube ਲਾਈਵ ਤੁਹਾਡੇ ਨਾਲ ਇਦਾਂ ਮਿਲਦੇ ਹਾਂ। ਤੇ ਜੇ ਤੁਸੀਂ ਇਸੇ ਤਰੀਕੇ ਹੀ ਹਰ ਆਨਲਾਈਨ ਮੀਟਿੰਗ ਦੀ ਇਨਫੋਰਮੇਸ਼ਨ ਆਪਣੇ ਘਰ ਬੈਠੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਤੇ ਜੇ ਨਵੇਂ ਆ ਤਾਂ ਸਬਸਕ੍ਰਾਈਬ ਬਟਨ ਨੂੰ ਜਰੂਰ ਦਬ ਦੇਣਾ ਤੁਹਾਨੂੰ, ਔਰ ਨਾਲ ਇਨਫੋਰਮੇਸ਼ਨ ਲਈ ਬੈਲ ਆਈਕਨ ਦਬਾ ਦੇਣਾ ਤਾਂ ਕਿ ਤੁਹਾਨੂੰ ਘਰ ਬੈਠੇ ਮੀਟਿੰਗ ਦੀ ਇਨਫੋਰਮੇਸ਼ਨ ਮਿਲ ਜਾ ਕਰੇ ਔਰ ਤੁਸੀਂ ਸਾਰੀ ਜਾਣਕਾਰੀ ਘਰ ਬੈਠੇ ਲੈ ਸਕਦੇ ਹੋ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਇਹ ਜਿਹੜੇ ਇੰਪੋਰਟੈਂਟ ਟਿਪਸ ਆ। ਤੇ ਤੁਹਾਨੂੰ ਪਤਾ ਹੈ ਇੰਪੋਰਟੈਂਟ ਟਿਪਸ ਦੇਣ ਵਾਸਤੇ ਤੁਹਾਡੇ ਸਾਹਮਣੇ ਕੰਪਨੀ ਦੇ ਗ੍ਰੇਟ ਲੀਡਰ ਸਾਨੂੰ, ਕੰਪਨੀ ਦੇ BMW ਕਾਰ ਅਚੀਵਰ ਸਾਨੂੰ ਇੰਪੋਰਟੈਂਟ ਟਿਪਸ ਦੇਣਗੇ ਜਿਹਦੇ ਨਾਲ ਅਸੀਂ ਇਸ परिस्थितियां ਦੇ ਵਿੱਚ ਕੰਮ ਨੂੰ ਵਧਾ ਸਕਦੇ ਹਾਂ। ਤਾਂ ਕੀ ਤੁਸੀਂ ਸਾਰੇ ਤਿਆਰ ਆ ਡਾਇਰੀ ਪੈਨ ਲੈ ਕੇ? ਤੇ ਮੈਂ ਇੱਕ ਵਾਰ ਤੁਹਾਡੇ ਸਾਹਮਣੇ ਬੁਲਾਉਂਗਾ ਵਨ ਐਂਡ ਓਨਲੀ ਮਿਸਟਰ ਸੰਦੀਪ ਡਿੱਬੂ ਫਰੋਮ ਹੁਸ਼ਿਆਰਪੁਰ। नमस्कार जी, गुड मॉर्निंग सारिਆਂ ਨੂੰ। ਉਮੀਦ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਸਾਰੇ ਆਪਣੇ ਘਰ ਸੇਫ ਹੋਵਾਂਗੇ। ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ, ਜਿੱਦਾਂ ਮਨਦੀਪ ਜੀ ਨੇ ਹੁਣੇ ਆਪਾਂ ਨਾਲ ਗੱਲਬਾਤ ਕੀਤੀ ਆ ਕਿ ਅੱਜ ਆਪਾਂ ਥੋੜਾ ਲੰਬਾ ਸੈਸ਼ਨ ਨਹੀਂ, ਟੂ ਦਾ ਪੁਆਇੰਟ ਹੀ ਗੱਲਾਂ ਕਰਨੀਆਂ ਆ। ਤੇ ਇਹਦਾ ਮਤਲਬ ਕੀ ਆ, ਪੁਆਇੰਟ ਹੀ ਦੱਸੇ ਜਾਣਗੇ ਤੇ ਉਹ ਕੱਲੇ ਪੁਆਇੰਟ ਦਾ ਬਹੁਤ ਵੱਡਾ ਲੌਜੀਕ ਆ, ਠੀਕ ਹੈ। ਤੇ ਐਕਸਪਲੇਨ ਆਪਾਂ ਬਹੁਤਾ ਲੰਬਾ ਨਹੀਂ ਕਰਾਂਗੇ ਕਿਉਂਕਿ ਅਸੀਂ ਗਾਗਰ 'ਚ ਸਾਗਰ ਭਰਨ ਦੀ ਕੋਸ਼ਿਸ਼ ਕਰਨੀ ਆ। ਸਾਡੇ ਕੋਲ ਸਿਲੇਬਸ ਜ਼ਿਆਦਾ ਤੇ ਆਪਾਂ ਸਮਾਂ ਆਪਣਾ ਘੱਟ ਰੱਖਣਾ ਆ। ਤੇ ਸਭ ਤੋਂ ਮੇਨ ਚੀਜ਼ ਕੀ ਹੈਗੀ ਆ ਕਿ ਜਿੱਦਾਂ ਹੁਣੀ ਗੱਲਬਾਤ ਕੀਤੀ ਹੈ ਕਿ ਬਾਹਰਲੇ ਪਾਸੇ ਇਸ ਵੇਲੇ ਮਾਹੌਲ ਜਿਹੜਾ ਕੁਦਰਤੀ ਆਪਦਾਇਕ ਆਈ ਹੋਈ ਆ। ਜਿੱਦਾਂ ਅਸੀਂ ਬਾਰਿਸ਼, ਮੀਂਹ ਤਾਂ ਨਹੀਂ ਰੋਕ ਸਕਦੇ ਪਰ ਅਸੀਂ ਛਤਰੀ ਲੈ ਕੇ ਮੀਂਹ ਦੇ ਵਿੱਚ ਜਾ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਇਹਨੂੰ ਤਾਂ ਨਹੀਂ ਰੋਕ ਸਕਦੇ ਕੋਰੋਨਾ ਨੂੰ, ਬਟ ਜੇ ਅਸੀਂ ਕੁਝ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਆਪਣੇ ਜਿਹੜੀ ਲਾਈਫ ਆ ਉਹਨੂੰ ਮੁੜ ਕੇ ਪਟੜੀ ਤੇ, ਜ਼ਿੰਦਗੀ ਦੀ ਗੱਡੀ ਨੂੰ ਪਟੜੀ ਤੇ ਲੈ ਕੇ ਆ ਸਕਦੇ ਹਾਂ। ਤੇ ਗੱਲਬਾਤ ਅੱਗੇ ਵਧਾਉਣ ਤੋਂ ਪਹਿਲਾਂ ਕੁਝ ਚੀਜ਼ਾਂ ਆਪਾਂ ਪਿੱਛੇ ਆਪਾਂ ਸਟੇਟਮੈਂਟ ਇੱਕ ਆਈ ਸੀ ਵਰਲਡ ਆਪਣੇ ਇੰਡੀਆ ਦੇ ਟੌਪ ਦੇ ਬਿਜ਼ਨਸਮੈਨ ਰਤਨ ਟਾਟਾ ਜੀ ਦੀ। ਕਹਿੰਦੇ ਸੀ ਕਿ ਸਨ 2020 ਜਿਹੜਾ ਨਾ ਇਹ ਟਾਰਗੇਟ ਹਿੱਟ ਕਰਨ ਦਾ, ਯੋਜਨਾਵਾਂ ਦੀਆਂ ਗੱਲਾਂ ਕਰਨ ਦਾ ਟਾਈਮ ਨਹੀਂ ਆ। ਇਹ ਜਿਹੜਾ ਸਨ 2020 ਆ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਚਾਉਣ ਦਾ ਟਾਰਗੇਟ ਹੀ ਆ, ਜ਼ਿੰਦਗੀ ਬਚਾਉਣ ਦਾ ਸਾਲ ਹੀ ਆ। ਜਿਹਨੇ ਆਪਣਾ ਫੈਮਿਲੀ ਜਿਹੜੀ ਆ 2020 ਚ ਬਚਾ ਲਈ, ਉਹਦਾ ਸਭ ਤੋਂ ਵੱਡਾ ਪ੍ਰੋਫਿਟ, ਸਭ ਤੋਂ ਵੱਡਾ ਲਾਭ ਜਿਹੜਾ ਇਹ ਹੀ ਆ। ਪਰ ਕੀ ਦੇਖਣ ਦੇ ਵਿੱਚ ਆਇਆ ਕਿ ਜਿੱਦਾਂ ਹੀ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਲੋਕਡਾਊਨ ਦੇ ਵਿੱਚ ਥੋੜੀ ਢਿੱਲ ਦਿੱਤੀ ਗਈ 3-4 ਦਿਨ ਪਹਿਲਾਂ, ਤੇ ਪੂਰੀ ਦੁਨੀਆ, ਕੁਝ ਸਾਡੇ ਬੰਦੇ ਵੀ ਜਿੱਦਾਂ ਤਵੇ ਤੇ ਖਿੱਲਾਂ ਪਈਆਂ ਭੁੜ ਕੇ ਬਾਹਰ ਆਉਂਦੇ ਨੇ, ਜੇਲ੍ਹ ਚੋਂ ਕੈਦ ਛੁੱਟੇ ਹੁੰਦੇ ਆ ਤੇ ਇਦਾਂ ਨਿਕਲ ਕੇ ਬਾਹਰ ਆਏ। ਤੇ ਕੁਝ ਮਜਬੂਰੀਆਂ ਵੀ ਕਹਿ ਸਕਦੇ ਆ। ਤੇ ਉਹ ਬੰਦੇ ਸਾਰੇ ਕੰਮਾਂ ਤੇ ਗਏ, ਕੋਈ ਕਿਸ਼ਤ ਲੈਣ ਗਿਆ, ਕੋਈ ਪਲਾਨ ਕਰਨ ਗਿਆ, ਤੇ ਉਹ ਚੀਜ਼ਾਂ ਬਾਅਦ ਸਾਡੇ ਨੋਟ ਦੇ ਵਿੱਚ ਆਈਆਂ। ਤੇ ਫਿਰ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਟੀਮ ਨੇ ਗੱਲਬਾਤ ਕੀਤੀ ਕਿ ਇਸ ਕੰਮ ਨੂੰ ਅਸੀਂ ਪੁਰਾਣੇ ਤਰੀਕੇ ਨਾਲ ਤਾਂ ਕਰ ਨਹੀਂ ਸਕਦੇ
ਤੇ ਅੱਜ ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਹੋਏ ਆ ਕਿ ਅਸੀਂ ਜੇ ਹੁਣ ਤੁਸੀਂ ਕੰਮ ਕਰਨਾ ਹੀ ਆ, ਵੀ ਆਪਾਂ ਕੰਮ ਕਰਨਾ ਆ, ਪੈਸਾ ਕਮਾਉਣਾ ਆ, ਤੇ ਇੱਕ ਚੀਜ਼ ਆ ਕਿ ਅਸੀਂ ਪੁਰਾਣੇ ਤਰੀਕਿਆਂ ਨਾਲ ਕੰਮ ਇਸ ਮਾਹੌਲ ਦੇ ਵਿੱਚ ਨਹੀਂ ਕਰ ਸਕਦੇ। ਠੀਕ ਹੈ, ਤੇ ਅੱਜ ਪੂਰਾ ਧਿਆਨ ਰੱਖਣਾ। ਸਭ ਤੋਂ ਪਹਿਲੀ ਚੀਜ਼, ਜੇ ਅਸੀਂ ਕੰਮ ਕਰਨਾ, ਤੁਸੀਂ ਕਹਿੰਦੇ ਵੀ ਆਪਾਂ ਕੰਮ ਕਰਨਾ ਹੀ ਆ, ਤੇ ਸਭ ਤੋਂ ਪਹਿਲਾ ਪੁਆਇੰਟ ਕੀ ਆ? ਸੇਫਟੀ। ਸਭ ਤੋਂ ਵੱਡੀ ਚੀਜ਼ ਕੀ ਹੈਗੀ ਆ? ਸਾਡੀ ਸੁਰੱਖਿਆ ਜਿਹੜੀ ਹੈ, ਸਾਡੀ ਸੇਫਟੀ। ਸੇਫਟੀ ਤੋਂ ਕੀ ਭਾਵ ਹੈਗੀ ਆ? ਜੇ ਤੁਸੀਂ ਕੰਮ ਕਰਨਾ, ਜੇ ਆਪਾਂ ਕਹਿੰਦੇ ਕਿ ਆਪਾਂ ਕੰਮ ਕਰਨਾ ਹੀ ਆ, ਤੇ ਸਭ ਤੋਂ ਪਹਿਲਾਂ ਆਪਾਂ ਆਪਣੀ ਸੁਰੱਖਿਆ ਦਾ ਧਿਆਨ ਰੱਖਣਾ। ਜਿੱਦਾਂ ਮੋਟਰਸਾਈਕਲ ਦੇ ਉੱਤੇ ਜੇ ਅਸੀਂ ਹੈਲਮਟ ਨਹੀਂ ਵੀ ਪਾਵਾਂਗੇ, ਮੋਟਰਸਾਈਕਲ ਸਟਾਰਟ ਤਾਂ ਹੋ ਹੀ ਜਾਂਦਾ, ਚੱਲ ਹੀ ਪੈਂਦਾ, ਪਰ ਉਹ ਇੱਕ ਸਾਡੀ ਸੁਰੱਖਿਆ ਆ। ਗੱਡੀ ਦੇ ਵਿੱਚ ਸੀਟ ਬੈਲਟ ਲਗਾਣੀ ਇੱਕ ਸੁਰੱਖਿਆ ਆ, ਇੱਕ ਸੇਫਟੀ ਆ। ਉਸੇ ਤਰ੍ਹਾਂ ਸਾਨੂੰ ਆਪਣੀ ਅੱਜ ਦੀ ਜ਼ਿੰਦਗੀ ਦੇ ਵਿੱਚ ਕੋਰੋਨਾ ਤੋਂ ਵੀ ਸੇਫਟੀ ਦਾ ਕੁਝ ਧਿਆਨ ਰੱਖਣਾ ਪੈਣਾ। ਠੀਕ ਹੈ ਜੀ, ਮਤਲਬ ਕਹਿਣ ਦਾ ਭਾਵ ਕੀ ਆ ਕਿ ਕੁਝ ਦੁਨੀਆ ਦੀਆਂ ਮਜਬੂਰੀਆਂ ਦੇਖ ਕੇ, ਹਨਾ, ਮਤਲਬ ਫਾਈਨੈਂਸ਼ੀਅਲੀ ਕ੍ਰਾਈਸਿਸ ਜਿਹੜਾ ਆਇਆ ਹੋਇਆ, ਉਹ ਮਜਬੂਰੀਆਂ ਦੇਖ ਕੇ ਪ੍ਰਸ਼ਾਸਨ ਨੇ ਢਿੱਲ ਦਿੱਤੀ ਆ। ਜੇ ਗੱਲ ਕਹੀਏ ਖਤਰੇ ਦੀ, ਤਾਂ ਖਤਰਾ ਘਟਿਆ ਨਹੀਂ ਆ। ਜਦੋਂ 500-700 ਕੇਸ ਇੱਕ ਦਿਨ ਦਾ ਸੀ, ਉਦੋਂ ਲੋਕਡਾਊਨ ਸੀਗਾ। ਇਸ ਵੇਲੇ 3300 ਕੇਸ ਇੱਕ ਦਿਨ ਦਾ ਆਉਂਦਾ ਪਿਆ, 3300, ਤੇ ਲੋਕਡਾਊਨ ਖੁੱਲ ਗਿਆ ਆ। ਠੀਕ ਹੈ, ਸਾਨੂੰ ਅਵਗਤ ਕਰਾ ਦਿੱਤਾ ਆ, ਸਾਨੂੰ ਜਾਣਕਾਰੀ ਦੇ ਦਿੱਤੀ ਆ ਕਿੱਥੋਂ ਹੋਣਾ, ਕਿੱਦਾਂ ਬਚਣਾ, ਸਾਨੂੰ ਸਾਰੀ ਜਾਣਕਾਰੀ ਸਰਕਾਰ ਨੇ ਦੇ ਦਿੱਤੀ ਆ। ਹੁਣ ਸਾਡੀ ਆਪਣੀ ਜ਼ਿੰਮੇਵਾਰੀ ਆ। ਖਤਰਾ ਨਹੀਂ ਘਟਿਆ, ਬਟ ਆਪਾਂ ਸੇਫਟੀ ਰੱਖ ਸਕਦੇ ਆ। ਠੀਕ ਹੈ ਜੀ, ਸੇਫਟੀ ਕਿੱਦਾਂ ਰੱਖਣੀ? ਜੇ ਆਪਾਂ ਘਰੋਂ ਬਾਹਰ ਜਾਣਾ ਆ, ਤੇ ਮਾਸਕ ਆਪਾਂ ਸਾਰਿਆਂ ਨੇ ਪਾਏ ਹੋਣੇ ਚਾਹੀਦੇ ਆ। ਠੀਕ ਹੈ ਜੀ, ਤੇ ਮਾਸਕ ਪਾਉਣ ਤੇ ਪੂਰੀਆਂ ਬਾਹਾਂ ਦੀਆਂ ਕਮੀਜ਼ਾਂ, ਪੂਰੀਆਂ ਬਾਹਾਂ ਦੀ ਟੀ-ਸ਼ਰਟਾਂ, ਗਰਮੀ ਜ਼ਿਆਦਾ ਆ, ਪੂਰੀਆਂ ਬਾਹਾਂ ਦੀ ਮੌਸਮ ਕਹਿੰਦਾ ਨਾ ਪਾਓ, ਪਰ ਸੇਫਟੀ ਕਹਿੰਦੀ ਆ ਇਹ ਜ਼ਰੂਰੀ ਆ। ਸਾਡੀ ਪੂਰੀਆਂ ਬਾਹਾਂ ਦੀ ਕਮੀਜ਼ ਟੀ-ਸ਼ਰਟ ਹੋਣੀ ਚਾਹੀਦੀ ਆ, ਸ਼ੂਜ਼ ਸਾਡੇ ਪਏ ਹੋਣੇ ਚਾਹੀਦੇ ਆ, ਮਾਸਕ ਸਾਡਾ ਪਿਆ ਹੋਣਾ ਚਾਹੀਦਾ, ਹੈਲਮਟ ਵੀ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ, ਕਿਉਂਕਿ ਇਹ ਬਾਲਾਂ ਤੇ ਵੀ ਕਾਫੀ ਦੇਰ ਪਿਆ ਜਾਂਦਾ ਆ। ਠੀਕ ਹੈ ਜੀ, ਤੇ ਅਸੀਂ ਇਸ ਦਾ ਧਿਆਨ ਰੱਖਣਾ। ਗਲਵਸ ਜਿਹੜੇ ਆ, ਉਹ ਗਲਵਸ ਨਾ ਪਾਏ ਜਾਣ, ਉਹਦਾ ਵੀ ਇੱਕ ਕਾਰਨ ਹੈਗਾ ਆ। ਉਹ ਡਿਟੇਲ ਦੇ ਵਿੱਚ ਜਿੱਦਾਂ ਮਨਦੀਪ ਜੀ ਨੇ ਦੱਸਿਆ ਕਿ ਆਪਾਂ ਨਹੀਂ ਕੋਈ ਚੀਜ਼ ਪਤਾ ਲੱਗੀ ਬਾਅਦ ਚੋਂ ਪੁੱਛ ਸਕਦੇ ਆ। ਉਹ ਤਾਂ ਥੋੜਾ ਜਿਹਾ ਹਿੰਟ ਦੇ ਦੇਣਾ ਕਿ ਗਲਵਸ ਕਿਉਂ ਨਹੀਂ ਪਾਣੇ। ਹੁਣ ਮੰਨ ਲਓ ਮੈਂ ਗਲਵਸ ਪਾ ਕੇ ਕਿਸੇ ਦੇ ਘਰ ਗਿਆ, ਮੈਂ ਉਹਦੇ ਘਰ ਜਾ ਕੇ ਕੰਮ ਕੀਤਾ, ਡੈਮੋ ਕੀਤੀ, ਉਹਨੂੰ ਪ੍ਰੋਡਕਟ ਦਿੱਤੇ, ਉਹਨੂੰ ਪਲਾਨ ਕੀਤਾ, ਉੱਠ ਕੇ ਮੈਂ ਆ ਗਿਆ। ਠੀਕ ਹੈ, ਜਦੋਂ ਮੈਂ ਉੱਠ ਕੇ ਆ ਗਿਆ ਤੇ ਮੈਂ ਕੀ ਕਹਿਣਾ? ਮੈਂ ਗਲਵਸ ਪਾਏ ਹੋਏ ਆ, ਮੈਂ ਹੱਥਾਂ ਨੂੰ ਸੈਨੀਟਾਈਜ਼ ਨਹੀਂ ਕਰੂੰਗਾ, ਮੈਂ ਇੱਥੇ ਮੋਟਰਸਾਈਕਲ ਤੇ ਬਹਿ ਗਿਆ। ਠੀਕ ਹੈ ਜੀ, ਤਾਂ ਜੇ ਮੇਰੇ ਗਲਵਸ ਨੂੰ ਉਹਨਾਂ ਦੇ ਘਰ ਤੋਂ ਕੁਝ ਲੱਗਾ ਹੋਇਆ, ਤਾਂ ਉਹ ਕਿੱਥੇ ਲੱਗ ਗਿਆ? ਹੁਣ ਮੇਰੇ ਮੋਟਰਸਾਈਕਲ ਦੇ ਹੈਂਡਲ ਤੇ, ਮੇਰੇ ਬਾਈਕ ਦੀ ਚਾਬੀ ਤੇ, ਮੇਰੇ ਗੱਡੀ ਦੀ ਸਟੀਅਰਿੰਗ ਤੇ, ਮੇਰੀ ਗੱਡੀ ਦੀ ਚਾਬੀ ਤੇ। ਉਸ ਤੋਂ ਬਾਅਦ ਮੈਂ ਘਰ ਆ ਕੇ ਉਹਦੀ ਗਲਵਸ ਲਾ ਕੇ ਫਿਰ ਮੁੜ ਕੇ ਟੱਚ ਕਰ ਲੈਣਾ। ਇਸ ਕਰਕੇ ਜੇ ਆਪਾਂ ਗਲਵਸ ਨਹੀਂ ਪਾਏ ਹੋਣਗੇ, ਤੇ ਆਪਾਂ ਆਪਣੇ ਪੋਕਟ ਦੇ ਵਿੱਚ ਛੋਟਾ ਸੈਨੀਟਾਈਜ਼ਰ ਜ਼ਰੂਰ ਰੱਖਣਾ। ਜਿੱਦੇ ਆਪਾਂ ਕਿਸੇ ਦੇ ਘਰ ਗਏ ਆ, ਕੋਈ ਵੀ ਟ੍ਰਾਂਜੈਕਸ਼ਨ ਕੀਤੀ, ਕਿਸੇ ਨੂੰ ਕਿਸ਼ਤ ਫੜੀ ਆ, ਕਿਸੇ ਨੂੰ ਪੈਸੇ ਮੋੜੇ ਆ, ਤੇ ਆਪਣੇ ਹੈਂਡ ਜਿਹੜੇ ਆਪਾਂ ਹੱਥ ਜਿਹੜੇ ਉਹ ਸੈਨੀਟਾਈਜ਼ ਜ਼ਰੂਰ ਕਰਨੇ ਆ। ਠੀਕ ਹੈ ਜੀ, ਇਹ ਸੇਫਟੀ ਜਿਹੜੀ ਆਪਾਂ ਮਤਲਬ ਪੂਰਾ ਧਿਆਨ ਰੱਖਣਾ। ਇੱਕ ਨਿੱਕਾ ਮੂਲ ਮੰਤਰ ਹੈ ਅੱਜ ਦੀ ਤਰੀਕ ਦੇ ਵਿੱਚ, ਜੇ ਘਰੋਂ ਬਾਹਰ ਜਾਣਾ ਹੀ ਆ, ਤੇ ਸੇਫ ਆਪਣੇ ਆਪ ਨੂੰ ਰੱਖਣ ਦਾ, ਆਪਣੇ ਪਰਿਵਾਰ ਨੂੰ ਰੱਖਣ ਦਾ ਇੱਕ ਮੂਲ ਮੰਤਰ ਕੀ ਧਿਆਨ ਨਾਲ ਨੋਟ ਕਰਿਓ ਕਿ ਇਹ ਸੋਚੋ ਕਿ ਜਿਹੜਾ ਬੰਦਾ ਮੇਰੇ ਸਾਹਮਣੇ ਆ, ਉਹ ਬੰਦਾ ਪੋਜ਼ਿਟਿਵ ਆ, ਮਤਲਬ ਮੈਂਟਲੀ ਪੋਜ਼ਿਟਿਵ ਨਹੀਂ, ਕਰੋਨਾ ਪੋਜ਼ਿਟਿਵ ਆ। ਸਹੀ ਆ, ਮਤਲਬ ਹੁਣ ਜੇ ਤੁਸੀਂ ਇੱਕ ਸੋਚ ਕੇ ਦੇਖੋ, ਜੇ ਸਾਹਮਣੇ ਵਾਲਾ ਬੰਦਾ ਕਰੋਨਾ ਪੋਜ਼ਿਟਿਵ ਹੋਏਗਾ ਤਾਂ ਮੈਂ ਪੂਰਾ ਧਿਆਨ ਰੱਖੂੰਗਾ ਕਿ ਨਹੀਂ ਰੱਖੂੰਗਾ? ਇਹ ਤੋਂ ਦੂਰ ਰਵਾਂ, ਇਹਦੇ ਕੋਲ ਹੱਥ 'ਚ ਕੋਈ ਚੀਜ਼ ਨਾ ਫੜਾਂ, ਜੇ ਮਜਬੂਰੀ ਵਿੱਚ ਫੜਨੀ ਪਈ ਤਾਂ ਉਸ ਤੋਂ ਬਾਅਦ ਆ ਕੇ ਹੱਥ ਧੋਵਾਂ। ਇਹ ਸਭ ਤੋਂ ਵੱਡਾ ਪੁਆਇੰਟ ਆ ਕਿ ਤੁਸੀਂ ਜਿਹਨੂੰ ਵੀ ਡੀਲ ਕਰਦੇ ਆ, ਇਹ ਸੋਚਣਾ ਕਿ ਸਾਹਮਣੇ ਵਾਲਾ ਬੰਦਾ ਕਰੋਨਾ ਪੋਜ਼ਿਟਿਵ ਹੈ। ਠੀਕ ਹੈ ਜੀ, ਤੇ ਅਸੀਂ ਸੇਫਟੀ ਦਾ ਪੂਰਾ ਧਿਆਨ ਰੱਖ ਕੇ ਅਸੀਂ ਜੇ ਕੰਮ ਨੂੰ ਕਰਨਾ, ਤੇ ਆਪਾਂ ਫੇਰ ਘਰੋਂ ਬਾਹਰ ਨਿਕਲਣਾ, ਕਿਉਂਕਿ ਇਹਦੇ ਵਿੱਚ ਕੱਲੀ ਆਪਣੀ ਸੇਫਟੀ ਨਹੀਂ ਹੈਗੀ, ਇਹਦੇ ਵਿੱਚ ਜਿਹੜੇ ਆ ਸਾਡੇ ਪਰਿਵਾਰ ਦੀ ਸੇਫਟੀ ਵੀ ਹੈਗੀ। ਠੀਕ ਹੈ ਜੀ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਜੇ ਅਸੀਂ ਸੇਫਟੀ ਆ ਕੇ ਘਰੋਂ ਬਾਹਰ ਨਿਕਲਾਂਗੇ, ਤਾਂ ਜਿੱਥੇ ਮੈਂ ਕਹਿੰਦਾ ਕੰਮ ਠੱਪ ਪਿਆ, ਉੱਥੇ ਮੈਂ ਕਹਿੰਦਾ ਮੌਕੇ ਵੀ ਬਹੁਤ ਜ਼ਿਆਦਾ ਆ। ਇਸ ਵੇਲੇ ਬਹੁਤ ਜ਼ਿਆਦਾ ਮੌਕੇ ਆ। ਤੁਸੀਂ ਦੇਖੋ, ਫਾਸਟ ਫੂਡ ਦਾ, ਦੁਕਾਨਾਂ ਦਾ, ਰੈਸਟੋਰੈਂਟ ਦਾ, ਹੋਟਲਸ ਦਾ, ਟਰੈਵਲ ਏਜੰਸੀਆਂ ਦਾ, ਇਹ ਸਾਰੇ ਕੰਮ ਅੱਜ ਦੀ ਤਰੀਕ ਦੇ ਵਿੱਚ ਲਗਭਗ ਠੱਪ ਆ। ਮਤਲਬ ਕੀ ਆ, ਇਹ ਕੰਮ ਨਹੀਂ ਚੱਲਦੇ ਪਏ। ਉਹ ਜੇ ਚੱਲੇ ਵੀ ਤਾਂ ਲੋਕੀ ਇੰਨੇ ਕੁ ਸਾਵਧਾਨ ਹੋ ਗਏ, ਲੋਕਾਂ ਨੇ ਬਾਹਰੋਂ ਬਹੁਤ ਘੱਟ ਖਾਣਾ ਹੈ। ਮਤਲਬ ਕੀ ਆ, ਇਸ ਵੇਲੇ ਮੈਂ ਕਹਿੰਦਾ ਕਿ ਬੇਰੋਜ਼ਗਾਰੀ ਜਿਹੜੀ ਆ ਉਹ ਵਧੀ ਆ, ਬਹੁਤ ਜ਼ਿਆਦਾ ਬੇਰੋਜ਼ਗਾਰੀ ਵਧੀ ਆ। ਬਟ ਜਿਨ੍ਹਾਂ ਦੇ ਕੋਲ ਰੋਜ਼ਗਾਰ ਹੈਗਾ, ਸਾਡੇ ਵਾਸਤੇ
ਰੋਜ਼ਗਾਰੀ ਬਹੁਤ ਬੜੀ ਵਧੀ ਆ। ਮਤਲਬ ਸਾਡੇ ਕੋਲ ਇਦਾਂ ਦੇ ਬਹੁਤ ਸਾਰਾ ਹੁਣ ਲੋਕ ਹੈਗੇ ਆ ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੈਗਾ, ਬਟ ਉਹ ਸਰਵਾਈਵ ਕਰਨਾ ਚਾਹੁੰਦੇ, ਗੁਜ਼ਾਰਾ ਕਰਨਾ ਚਾਹੁੰਦੇ ਆ। ਠੀਕ ਹੈ, ਤੇ ਫਾਈਨੈਂਸ਼ੀਅਲ ਕ੍ਰਾਈਸਿਸ ਇਦਾਂ ਦਾ ਕਿ ਕੋਈ ਨਵਾਂ ਕੰਮ ਖੋਲਣ ਵਾਸਤੇ ਕਿੰਨਾ ਬੜਾ ਪੈਸਾ ਚਾਹੀਦਾ। ਉਹ ਅੱਜ ਕੱਲ ਤਾਂ ਗੱਲ ਕੋਈ ਜਿਹੜਾ ਵੀ ਕੰਮ ਆ ਲਗਭਗ ਉਹ ਨਾ ਦੇ ਬਰਾਬਰ ਹੀ ਆ। ਤੇ ਇੱਕ ਮਲਟੀ ਲੈਵਲ ਮਾਰਕੀਟਿੰਗ, ਨੈਟਵਰਕ ਮਾਰਕੀਟਿੰਗ ਇੱਕ ਇਦਾਂ ਦਾ ਪਲੇਟਫਾਰਮ ਆ ਜਿਹਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਉਹ ਲਗਭਗ ਨਾ ਦੇ ਬਰਾਬਰ ਹੁੰਦੀ ਆ। ਮਤਲਬ ਕੀ ਆ, ਇੱਕ ਇਦਾਂ ਦਾ ਬਿਜ਼ਨਸ ਜਿਸ ਬਿਜ਼ਨਸ ਦੇ ਵਿੱਚੋਂ ਕਮਾਈ ਤਾਂ ਲੱਖਾਂ ਦੇ ਵਿੱਚ ਹੋ ਸਕਦੀ ਆ ਪਰ ਲੱਗਣਾ ਕੁਝ ਵੀ ਹੈ ਨਹੀਂਗਾ। ਤੇ ਹੁਣ ਬਹੁਤ ਸਾਰੇ ਲੋਕਾਂ ਦਾ, ਜਿਹੜੇ ਲੋਕ ਇਸ ਲੋਕਡਾਊਨ ਦੇ ਵਿੱਚ, ਕਰੋਨਾ ਦੇ ਵਿੱਚ ਬੇਰੁਜ਼ਗਾਰ ਹੋ ਗਏ ਆ, ਉਹਨਾਂ ਨੇ ਰੋਜ਼ਗਾਰ ਲੱਭਣ ਵਾਸਤੇ ਮਲਟੀ ਲੈਵਲ ਮਾਰਕੀਟਿੰਗ ਦੇ ਵੱਲੋਂ ਆਪਣਾ ਰੁਖ ਜਿਹੜਾ ਉਹ ਕਰਨਾ ਹੈ। ਕਿਉਂਕਿ ਇਹਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਉਹ ਕੁਝ ਵੀ ਨਹੀਂ ਹੈਗੀ। ਤੇ ਮਲਟੀ ਲੈਵਲ ਮਾਰਕੀਟਿੰਗ ਦੇ ਵਿੱਚ, ਨੈਟਵਰਕ ਮਾਰਕੀਟਿੰਗ ਦੇ ਵਿੱਚ ਕੱਲੀ GSSL ਜਾਂ ਕੱਲੀ 골ਡਨ ਸਟੈਪ ਮਾਰਕੀਟਿੰਗ ਕੰਪਨੀ ਨਹੀਂ ਹੈਗੀ। ਠੀਕ ਹੈ ਜੀ, ਇਦਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਆ ਜਿਹੜੀਆਂ ਮਾਰਕੀਟ ਦੇ ਵਿੱਚ ਮਲਟੀ ਲੈਵਲ ਮਾਰਕੀਟਿੰਗ ਕਰਦੀਆਂ ਪਈਆਂ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਕੀ ਆ ਕਿ ਹੁਣ ਉਹਨਾਂ ਲੋਕਾਂ ਨੂੰ ਵੀ ਜਿੱਦਾਂ ਹੁਣ ਸਾਨੂੰ ਪਤਾ ਮੌਕੇ ਆ ਤੇ ਉਦਾਂ ਉਹਨਾਂ ਨੂੰ ਵੀ ਪਤਾ ਮੌਕੇ ਆ। ਪਰ ਸਾਨੂੰ ਇੱਕ ਚੀਜ਼ ਦਾ ਜ਼ਰੂਰ ਪਤਾ ਵੀ ਅਸੀਂ ਪਿਛਲੇ 14 ਸਾਲਾਂ ਤੋਂ ਸਾਡੀ ਕੰਪਨੀ GSSL ਜਿਹੜੀ ਆ ਪਿਛਲੇ 14 ਸਾਲਾਂ ਚੋਂ ਮਾਰਕੀਟ ਦੇ ਵਿੱਚ ਬੈਠੀ ਆ। ਇੱਕ ਬਹੁਤ ਵਧੀਆ ਮੌਕਾ ਆ, ਪਰ ਕਈ ਜਗ੍ਹਾ ਤਾਂ ਧੋਖੇ ਵੀ ਆ। ਅਸੀਂ ਬਹੁਤ ਵੱਡਾ ਪਲੱਸ ਪੁਆਇੰਟ ਆ ਕਿ ਅਸੀਂ ਇਮਾਨਦਾਰ ਆ। ਸਾਡੀ ਕੰਪਨੀ ਪਿਛਲੇ 14 ਸਾਲਾਂ ਤੋਂ ਬੈਠੀ ਆ। ਉਹ ਜਿਹੜੇ ਬੰਦੇ ਪਿਛਲੇ 10-10 12 14 ਸਾਲਾਂ ਤੋਂ ਜੁੜੇ ਹੋਏ ਆ, ਇਸੇ ਕੰਪਨੀ ਜੁੜ ਕੇ ਆਪਣੇ ਸੁਪਨੇ ਪੂਰੇ ਕਰਦੇ ਪਏ ਆ। ਤੇ ਇਹਨਾਂ ਸਾਰੇ ਬੇਰੁਜ਼ਗਾਰ ਲੋਕਾਂ ਵਾਸਤੇ ਬਹੁਤ ਵਧੀਆ ਮੌਕਾ ਹੋ ਸਕਦਾ। ਪਰ ਮੌਕਾ ਤਾਂ ਹੋ ਸਕਦਾ ਜੇ ਉਹਨਾਂ ਤੱਕ ਅਸੀਂ ਪਹੁੰਚਾਂਗੇ। ਦੁਕਾਨ ਚਾਹੇ ਕੋਲੇ ਦੀ ਆ ਤੇ ਦੁਕਾਨ ਚਾਹੇ ਸੋਨੇ ਦੀ ਆ, ਸ਼ਟਰ ਚੱਕ ਹੋਏਗਾ ਤੇ ਗਾਹਕ ਆਏਗਾ। ਤੇ ਅਸੀਂ ਕੀ ਆ, ਸ਼ਟਰ ਚੱਕਣਾ, ਉਹਨਾਂ ਤੱਕ ਆਪਣੀ ਅਪਰੋਚ ਜਿਹੜੀ ਕਰਨੀ ਆ। ਇੱਕ ਵਾਰ ਫੇਰ ਰਿਪੀਟ ਕਰਦਾ, ਅਪਰੋਚ ਜਿਹੜੀ ਕਰਨੀ ਆ ਉਹ ਹੱਥ ਜੋੜ ਕੇ ਬੇਨਤੀ, ਸੇਫਟੀ ਪਹਿਲਾਂ। ਮੈਂ ਕਹਿੰਦਾ ਘਰੋਂ ਬਾਹਰ ਨਾ ਨਿਕਲੋ। ਅੱਜ ਸੈਸ਼ਨ ਲਗਾਉਣ ਲੱਗੇ, ਤੁਸੀਂ ਕਿਹਾ, ਤੁਹਾਡੇ ਬੰਦੇ ਨੇ ਆਇਆ ਕਿ ਭਾਈ ਕੰਮ ਕਰਨ ਜਾਣਾ, ਕਿੱਦਾਂ ਕੰਮ ਕਰੀਏ। ਠੀਕ ਹੈ, ਜੇ ਘਰੋਂ ਬਾਹਰ ਜਾਣਾ ਤਾਂ ਪਹਿਲਾਂ ਆਪਣੀ ਸੇਫਟੀ ਧਿਆਨ ਦੇ ਵਿੱਚ ਰੱਖਣੀ ਹੈ। ਠੀਕ ਹੈ, ਕੰਮ ਬਹੁਤ ਆ ਬਾਹਰ, ਪਰ ਕੰਮ ਨੂੰ ਕਹਿੰਦਾ ਤਰੀਕਾ ਚੇਂਜ ਕਰਨਾ। ਠੀਕ ਹੈ, ਦੂਸਰਾ ਪੁਆਇੰਟ ਕੀ ਆਪਾਂ ਦੱਸਿਆ, ਪਹਿਲਾਂ ਸੇਫਟੀ, ਦੂਸਰਾ ਕਿ ਆਪਾਂ ਮਾਰਕੀਟ 'ਚ ਇਸ ਵੇਲੇ ਕੰਮ ਬਹੁਤ ਆ ਤੇ ਅਸੀਂ ਉਹਨਾਂ ਤੱਕ ਅਪਰੋਚ ਜਿਹੜੀ ਆ ਉਹ ਕਰੀਏ ਵੱਧ ਤੋਂ ਵੱਧ। ਕਿਉਂਕਿ ਸਾਡਾ ਪਲਾਨ ਜਿਹੜਾ ਆ ਕੋਈ 6000 7000 8000 ਦੀ ਕਿੱਟ ਨਹੀਂ ਹੈਗੀ। ਠੀਕ ਹੈ ਨਾ, ਬੰਦਾ 500 ਰੁਪਏ ਦੇ ਹਰਬਲ ਪ੍ਰੋਡਕਟ ਲੈ ਕੇ 1000 ਰੁਪਏ ਦੀ ਕਮੇਟੀ ਪਾ ਕੇ ਤੁਹਾਡੇ ਬਿਜ਼ਨਸ ਦੇ ਵਿੱਚ ਜੁੜ ਸਕਦਾ। ਉਹ ਇਨਸਟੈਂਟ ਮਨੀ 2 ਦਿਨਾਂ ਵਿੱਚ, 1 ਦਿਨ ਵਿੱਚ ਬਾਇਓ ਡਾਇਰੈਕਟ ਕਰਕੇ 6000 ਰੁਪਇਆ ਉਹ ਲੈ ਸਕਦਾ। ਕਲੀਅਰ ਜੀ। ਤੇ ਅਸੀਂ ਆਪਣੇ ਸਾਰੇ ਬੰਦਿਆਂ ਤੱਕ ਅਪਰੋਚ ਜਿਹੜੀ ਆਪਣੇ ਕੰਮ ਦੀ ਉਹ ਕਰਨੀ ਹੈ। ਹੁਣ ਅਪਰੋਚ ਵੀ ਕਿੱਦਾਂ ਕਰਨੀ ਆ, ਅਪਰੋਚ ਕਿੱਦਾਂ ਕਰਨੀ, ਸਿਸਟਮ ਪਿਆਣਾ ਹੀ ਆ। ਆਪਣੇ 4 ਬੇਸਿਕ ਜਿਹੜੇ ਹੈਗੇ ਆ, ਪਹਿਲਾ ਬੇਸਿਕ ਕੀ ਹੈ ਜੀ, ਲਿਸਟ। ਦੂਸਰਾ ਬੇਸਿਕ ਕੰਟੈਕਟ। ਹੁਣ ਦੇਖੋ ਲਿਸਟ ਕਿੱਥੇ ਬਣਾਣੀ ਬੰਦੇ ਨੇ, ਚੌਂਕ ਵਿੱਚ ਜਾ ਕੇ ਤਾਂ ਬਣਾਣੀ ਨਹੀਂ ਵੀ ਲੈ ਜੀ ਉਹਨਾਂ ਵਿੱਚ ਲਿਸਟ ਵੀ ਨਹੀਂ ਬਣਨੀ ਜੀ। ਪੁਆਇੰਟ ਫੋਲੋ ਕਰਿਓ। ਹੁਣ ਮੈਂ ਜੋ ਮੈਂ ਕਹਿਣ ਲੱਗਿਆ, ਹੁਣ ਲਿਸਟ ਬਣਾਣੀ ਬੰਦੇ ਨੇ ਘਰ ਬੈਠ ਕੇ। ਠੀਕ ਹੈ ਜੀ, ਬੰਦੇ ਨੂੰ ਫੋਨ ਕਰੋ, ਦੱਸੋ ਲਿਸਟ ਕਿੱਦਾਂ ਬਣਾਣੀ ਆ। ਜਿਹੜੇ ਨਵੇਂ ਬੰਦੇ ਸਾਡੇ ਨਾਲ ਜੁਆਇਨ ਹੋਏ ਆ ਉਹਨਾਂ ਦੀ ਲਿਸਟ ਤਿਆਰ ਕਰਵਾਓ। ਕਲੀਅਰ ਜੀ। ਕੰਟੈਕਟ ਬੰਦਿਆਂ ਨੇ ਚੌਂਕ ਵਿੱਚ ਜਾ ਕੇ ਤਾਂ ਕਰਨਾ ਨਹੀਂ, ਪਾਰਕ ਵਿੱਚ ਜਾ ਕੇ ਤਾਂ ਕਰਨਾ ਨਹੀਂ। ਠੀਕ ਹੈ, ਹੁਣ ਸਾਡੇ ਕੰਟੈਕਟ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਆ ਗਈ। ਉਹਨਾਂ ਸਾਰੇ ਬੰਦੇ, ਜਿਹੜੇ ਬੰਦਿਆਂ ਨੂੰ ਕੋਈ ਰਸਤਾ ਨਹੀਂ ਦਿਖਦਾ ਪਿਆ, ਉਹਨੂੰ ਫੋਨ ਕਰਨਾ ਕਿ ਭਾਈ ਦੇਖ, ਤੁਹਾਡਾ ਕੰਮ ਵੀ ਠਾਪਾ, ਮੇਰਾ ਕੰਮ ਵੀ ਠਾਪਾ। ਅਸੀਂ ਕੋਈ ਦੁਕਾਨ ਕਰਦੇ ਆ, ਕੋਈ ਆਟੋ ਚਲਾਉਂਦਾ, ਕੋਈ ਸਬਜ਼ੀ ਦੀ ਰੇਹੜੀ ਲਗਾਉਂਦਾ, ਕੁਝ ਵੀ ਆ। ਠੀਕ ਹੈ, ਤੇ ਪਰ ਇਹ ਦੇਖੋ, ਮੈਂ ਉਹਦੇ ਨਾਲ ਇੱਕ ਪਾਰਟ ਟਾਈਮ ਦੇ ਵਿੱਚ ਕੰਮ ਕਰਦਾ ਸੀਗਾ। ਮੇਰੀ ਦੁਕਾਨ ਤਾਂ ਬੰਦ, ਮੇਰੀ ਜੋਬ ਤਾਂ ਬੰਦ ਆ, ਪਰ ਉਸ ਪਾਰਟ ਟਾਈਮ ਕੰਮ ਦੇ ਵਿੱਚੋਂ ਅੱਜ ਵੀ ਮੈਨੂੰ ਪੈਸਾ ਆਉਂਦਾ ਪਿਆ। ਠੀਕ ਹੈ, ਉਹਨੇ ਕਹਿੰਦਾ ਕਿਹੜਾ ਕੰਮ, ਉਹ ਆਪਾਂ ਤੁਹਾਨੂੰ ਬੈਠ ਕੇ ਦੱਸਦੇ ਆ। ਠੀਕ ਹੈ ਜੀ, ਉਹਦਾ ਕੰਟੈਕਟ ਕਰਵਾਓ, ਟਾਈਮ ਸੈੱਟ ਕਰਵਾਓ। ਤੀਸਰੇ ਨੰਬਰ ਤੇ ਸ਼ੋ ਦਾ ਪਲਾਨ। ਹਾਂ, ਸ਼ੋ ਦਾ ਪਲਾਨ ਕਰਨ ਦਾ ਤਰੀਕਾ ਥੋੜਾ ਜਿਹਾ ਚੇਂਜ। ਅੱਗੇ ਅਸੀਂ ਕਰਦੇ ਸੀ ਬੰਦੇ ਨੂੰ ਰੋਇਲ ਪਲਾਜ਼ਾ ਬੁਲਾ ਲੈਂਦੇ ਸੀਗੇ, ਸੂਦ ਭਵਨ ਫੰਕਸ਼ਨ ਦੇ ਵਿੱਚ ਬੁਲਾ ਲੈਂਦੇ ਸੀਗੇ। ਹੁਣ ਤੁਸੀਂ ਦੇਖੋ ਸ਼ੋ ਦਾ ਪਲਾਨ ਜਿਹੜਾ ਆਪਾਂ ਕਰਨਾ, ਨੋਟ ਕਰਿਓ। ਹੁਣ ਆਪਾਂ ਕਹਿੰਦੇ ਕੰਮ ਠਾਪਾ, ਕੰਮ ਠੱਪ ਨਹੀਂ, ਕੰਮ ਬਹੁਤ ਵਧੀਆ। ਸ਼ੋ ਦਾ ਪਲਾਨ ਅਸੀਂ ਆਪਣੇ ਵਾਕਫ ਬੰਦਿਆਂ ਨੂੰ ਕਰਨਾ। ਮੰਨ ਲਓ ਮੈਂ ਤੁਹਾਡੀ ਟੀਮ ਦੇ ਵਿੱਚ ਜੁੜਿਆ। ਠੀਕ ਹੈ ਜੀ, ਤੁਸੀਂ ਮੈਨੂੰ ਕਿਹਾ ਲਿਸਟ ਬਣਾਓ। ਮੈਂ ਲਿਸਟ ਬਣਾਉਂਗਾ ਆਪਣੇ ਦੋਸਤਾਂ ਦੀ, ਆਪਣੇ ਚਾਚੇ, ਆਪਣੇ ਮਾਮਿਆਂ ਦੀ। ਮੈਂ ਲਿਸਟ ਬਣਾਣੀ, ਫਿਰ ਮੈਂ ਲਿਸਟ ਬਣਾ ਕੇ ਕੀਤਾ ਕੰਟੈਕਟ ਉਹਨਾਂ ਨੂੰ। ਹੁਣ ਮੈਂ ਆਪਣੇ ਚਾਚੇ ਨੂੰ ਕੰਟੈਕਟ ਕਰੂੰਗਾ। ਠੀਕ ਹੈ ਜੀ, ਆਪਣੇ ਮਾਮਾ ਨੂੰ ਕੰਟੈਕਟ ਕਰੂੰਗਾ ਕਿ ਮਾਮਾ ਜੀ ਇੱਦਾਂ ਦਾ ਕੰਮ ਕਰਨਾ ਸ਼ੁਰੂ ਕੀਤਾ ਹੈਗਾ, ਤੁਹਾਨੂੰ ਪਤਾ ਜੋਬ ਤੇ ਹੁਣ ਮੈਂ ਜਾਣਾ ਨਹੀਂ, ਪਰ ਮੈਨੂੰ ਪਾਰਟ ਟਾਈਮ ਕੰਮ ਦੇ ਵਿੱਚੋਂ ਮੈਂ ਕੰਮ ਚੱਲਦਾ ਪਿਆ, ਮੈਨੂੰ ਪੈਸੇ ਆਉਂਦੇ ਪਏ ਆ।
ਤੇ ਪੁੱਛਣਗੇ ਉਹ ਕਿਹੜਾ ਕੰਮ। ਠੀਕ ਹੈ, ਹੁਣ ਮੈਂ ਆਪਣੇ ਮਾਮਿਆਂ ਦੇ ਘਰ ਜਾਣਾ, ਮੈਂ ਪੂਰੀ ਸੇਫਟੀ ਲੈ ਕੇ ਜਾਊਂਗਾ ਤੇ ਮਾਮਾ ਜੀ ਬਟਨ ਦੇਣਗੇ ਕਿ ਨਹੀਂ ਬਟਨ ਦੇਣਗੇ? ਉਹ ਵੀ ਸਾ ਹਾਂ ਠੀਕ ਹੈ ਬਟਨ ਦੇਣਗੇ ਉਹ। ਹਾਂ ਵੱਧ ਤੋਂ ਇਹ ਵੀ ਹੋ ਸਕਦਾ ਕਿ ਮੈਂ ਆਪਣੀ ਐਪਲ ਨੂੰ ਵੀ ਨਾਲ ਲੈ ਕੇ ਜਾ ਸਕਦਾ। ਜਦੋਂ ਮੈਂ ਆਪਣੇ ਮੇਰੇ ਕਹਿਣ ਦਾ ਮਤਲਬ ਕਿ ਜੇ ਬੰਦੇ ਨੇ ਪਲਾਨ ਕਰਨ, ਅਣਜਾਣ ਬੰਦਿਆਂ ਦੇ ਵਾਜਾ ਨਹੀਂ ਖੜਕਾਣਾ। ਸਾਰੇ ਲੋਕਾਂ ਨੇ ਆਪਣੇ ਗੁਆਂਢੀਆਂ ਕੋਲ, ਦੋਸਤਾਂ ਕੋਲ, ਰਿਸ਼ਤੇਦਾਰਾਂ ਕੋਲ ਹੀ ਪਲਾਨ ਕਰਨ ਜਾਣਾ। ਠੀਕ ਹੈ, ਆਪਣੀ ਅਪਲਾਈਨ ਨੂੰ ਨਾਲ ਲੈ ਕੇ ਵੀ ਆਪਾਂ ਜਾ ਸਕਦੇ, ਸਾਨੂੰ ਪਲਾਨ ਕਰਨਾ ਨਹੀਂ ਆਉਂਦਾ। ਠੀਕ ਹੈ ਜੀ, ਤੇ ਪਲਾਨ ਕਰਨੇ ਸ਼ੁਰੂ ਹੋ ਜਾਣੇ ਬੜੇ ਵਧੀਆ। ਹਾਂ ਧਿਆਨ ਪੂਰਾ ਰੱਖਣਾ ਉਹਨਾਂ ਦੇ ਘਰ ਜਾ ਕੇ, ਸੇਫਟੀ ਹੈ ਜਿੱਦਾਂ ਆਪਾਂ ਸਟਾਰਟਿੰਗ ਦੀ ਗੱਲ ਕੀਤੀ। ਹੁਣ ਸ਼ੋਅ ਦਾ ਪਲਾਨ ਦੇ ਵਿੱਚ ਇੱਕ ਚੀਜ਼ ਆਪਾਂ ਨੇ ਐਡ ਕਰਨੀ ਆ। ਠੀਕ ਹੈ, ਇਨਸਟੈਂਟ ਮਨੀ ਕਮਾਉਣ ਵਾਸਤੇ ਸ਼ੋਅ ਦਾ ਪਲਾਨ ਦੇ ਵਿੱਚ ਆਪਾਂ ਐਡ ਕਰਨੀ ਆ ਡੈਮੋ। ਡੈਮੋ ਤੋਂ ਭਾਵ ਆਪਣਾ ਪਾਣੀ ਚੈੱਕ ਕਰਨ ਵਾਲੀ ਜਿਹੜੀ ਇਲੈਕਟ੍ਰੋਲਾਈਜ਼ਰ ਆਪਾਂ ਯੂਜ਼ ਜ਼ਰੂਰ ਕਰਨਾ। ਮਤਲਬ ਸ਼ੋਅ ਦਾ ਪਲਾਨ ਦੇ ਵਿੱਚ ਸਾਡੇ ਕੋਲ ਡਾਇਰੀ ਪੈਨ ਦੇ ਨਾਲ ਨਾਲ ਬੁਰਸ਼, ਇਹ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਸੀਗੀਆਂ, ਪਰ ਹੁਣ ਚੌਥੀ ਚੀਜ਼ ਕੀ ਆ? ਡੈਮੋ ਕੰਪਲਸਰੀ ਕਰ ਦਿਓ। ਠੀਕ ਹੈ ਜੀ, ਡੈਮੋ ਅਸੀਂ ਬਹੁਤ ਜ਼ਿਆਦਾ ਕੰਪਲਸਰੀ ਕਰਨੀ ਆ, ਬੰਦਿਆਂ ਨੂੰ ਦਿਖਾਣਾ ਵੀ ਪਾਣੀ ਕਿਹੜਾ ਪੀਣ ਵਾਲਾ ਤੇ ਕਿਹੜਾ ਪਾਣੀ ਨਹੀਂ ਪੀਣ ਵਾਲਾ। ਠੀਕ ਹੈ, ਚੌਥਾ ਫੋਲੋ ਅਪ ਦੀ ਲੋੜ ਨਹੀਂ ਪੈਣੀ, ਜਿੱਦਾਂ ਮਾਹੌਲ ਚੱਲਦਾ ਉਸੇ ਵੇਲੇ ਤੁਹਾਡੀ ਪੇਮੈਂਟ ਜਿਹੜੀ ਉਹ ਆ ਜਾਣੀ ਆ। ਹੁਣ ਮੈਂ ਮਾਮਾ ਜੀ ਪਲਾਨ ਕਰਨ ਗਿਆ, ਉਹ ਉੱਥੇ ਡੈਮੋ ਦਿਖਾਈ, ਮਾਮਾ ਜੀ ਨੇ 13,000 ਰੁਪਏ ਦਿੱਤਾ ਤੇ ਉਹਨਾਂ ਨੇ ਆਪਣੇ ਘਰ ਫਿਲਟਰ ਲਵਾ ਲਿਆ, ਜਾਂ 13,000 ਨਹੀਂ ਦਿੱਤਾ 1,000 ਰੁਪਏ ਦੇ ਕੇ ਆਈਡੀ ਪਵਾ ਲਈ ਉਹਨਾਂ ਨੇ। ਕਲੀਅਰ ਜੀ, ਹੁਣ 1,000 ਰੁਪਏ ਦੇ ਕੇ ਆਈਡੀ ਪਵਾ ਲਈ, ਫਿਰ ਮਾਮਾ ਨੂੰ ਨਹੀਂ ਕਹਿਣਾ ਮਾਮਾ ਜੀ 20-25 ਲੋਕਾਂ ਦੀ ਲਿਸਟ ਬਣਾਓ ਤੁਸੀਂ। ਠੀਕ ਹੈ ਜੀ, ਉਹਨਾਂ ਨਾਲ ਗੱਲਬਾਤ ਕਰੋ, ਮੈਂ ਤੁਹਾਡੇ ਕੋਲ ਆਣਾ। ਹੁਣ ਮਾਮਾ ਜੀ ਨੇ ਆਪਣੇ ਗੁਆਂਢੀਆਂ ਦੇ ਘਰ ਆਪਣੇ ਭਾਂਜੇ ਨੂੰ ਭੇਜਣਾ, ਗੁਆਂਢੀ ਬੜਨ ਦੇਣਗੇ ਕਿ ਨਹੀਂ ਬੜਨ ਦੇਣਗੇ? ਓਬਵੀਅਸ ਬੜਨ ਦੇਣਗੇ। ਮਤਲਬ ਕੰਮ ਨਿਕਲਦਾ ਪਿਆ, ਅਸੀਂ ਘਰੋਂ ਹਲੇ ਨਿਕਲੇ ਨਹੀਂ, ਆਪਾਂ ਸ਼ਟਰ ਨਹੀਂ ਚੱਕਿਆ ਸੀਗਾ, ਪਰ ਸੇਫਟੀ ਦਾ ਪੂਰਾ ਧਿਆਨ ਰੱਖਣਾ। ਠੀਕ ਹੈ ਜੀ, ਉਸ ਤੋਂ ਬਾਅਦ ਸ਼ੋਅ ਦਾ ਪਲਾਨ ਚ ਡੈਮੋ ਹੋ ਗਈ। ਇੱਕ ਨਵੀਂ ਹੋਰ ਚੀਜ਼ ਐਡ ਕੀ ਕਰਨੀ ਹੈ, ਕੰਮ ਜਿਹੜਾ ਅਸੀਂ ਕਰਨਾ ਆ ਉਹ ਅਸੀਂ ਕੰਮ ਹੁਣ ਪੈਰਲਲ ਲੈ ਕੇ ਚੱਲਣਾ। ਪੈਰਲਲ ਮਤਲਬ ਸਮਾਂਤਰ, ਅਸੀਂ ਪੜਿਆ ਹੁਣ 8ਵੀਂ 10ਵੀਂ ਚ। ਮਤਲਬ ਆ GSM ਔਰ ਆਹ GSSL। ਠੀਕ ਹੈ ਜੀ, ਇਦਾਂ ਸਾਡੇ ਗ੍ਰਾਫ ਚੱਲਦਾ ਪਿਆ GSM ਦਾ, ਅਸੀਂ ਇਦਾਂ ਚਲਾਣੇ ਪਏ ਸੀ GSSL ਦਾ। ਬਟ ਹੁਣ ਕੀ ਹੈਗਾ, ਹੁਣ ਅਸੀਂ ਬਿਲਕੁਲ ਦੋਨੋਂ ਚੀਜ਼ਾਂ ਬਰਾਬਰ ਲੈ ਕੇ ਚੱਲੀਆਂ। ਜਿੱਦਾਂ ਆਪਾਂ ਪਲਾਨ ਦੇ ਵਿੱਚ ਡਾਈ, ਪੈਨ, ਬਰਸ਼, ਉਹਦੇ ਨਾਲ ਇਲੈਕਟ੍ਰੋਲਾਈਜ਼ਰ ਪਲੱਸ ਸਾਡੇ ਕੋਲ ਸਾਡੇ GSSL ਦੇ ਹਰਬਲ ਪ੍ਰੋਡਕਟ ਵੀ ਹੋਣੇ ਚਾਹੀਦੇ ਆ। ਠੀਕ ਹੈ ਜੀ, ਸੇਫਟੀ ਹੋਣੇ ਚਾਹੀਦੇ। ਕਿੱਦਾਂ ਹੋਣੇ ਚਾਹੀਦੇ ਨੋਟ ਕਰਿਓ। ਅੱਗੇ ਕੀ ਸੀਗਾ, ਅੱਜ ਤੋਂ ਲੋਕਡਾਊਨ ਤੋਂ ਪਹਿਲਾਂ ਆਪਾਂ ਕਹਿੰਦੇ ਸੀਗੇ ਸਾਬਣ ਦੋ, ਪੇਸਟ ਦਵੋ, ਇਹ ਚੀਜ਼ਾਂ ਡੇਲੀ ਨੀਡ ਵਾਲੀਆਂ ਆ। ਹੁਣ ਕੀ ਆ, ਇਸ ਵੇਲੇ ਆਯੋਗਿਓ ਸੇਤੂ ਐਪ, ਆਯੁਸ਼ਮਾਨ ਐਪ, ਗਵਰਨਮੈਂਟ ਕਹਿੰਦੀ ਪਈ ਆ, ਇੱਕ ਸਪੈਸ਼ਲ ਐਡ ਆਂਦੀ ਪਈ ਆ, ਕਾੜਾ ਪੀਓ, ਕਾਵਾ ਪੀਓ, ਆਂਦੀ ਪਈ ਹੈ ਨਾ। ਹੁਣ ਅੱਜ ਦੀ ਤਰੀਕ ਦੇ ਵਿੱਚ ਬੇਸਿਕ ਨੀਡ ਕੀ ਹੋ ਗਈ ਆ, WHO ਨੇ ਕਹਿਤਾ, WHO ਹੋ ਗਈ ਆ ਵਰਲਡ ਹੈਲਥ ਆਰਗੇਨਾਈਜੇਸ਼ਨ। ਉਹਨੇ ਕਹਿ ਦਿੱਤਾ ਵੀ ਜਿਸ ਬੰਦੇ ਦੀ ਇਮਿਊਨਿਟੀ ਸਟਰੋਂਗ ਹੋਏਗੀ ਉਹਦੇ ਤੇ ਇਹ ਵਾਲੀ ਕਰੋਨਾ ਬਿਮਾਰੀ ਜਿਹੜੀ ਉਹ ਹਾਵੀ ਨਹੀਂ ਹੋਏਗੀ। ਇੱਕ ਚੀਜ਼ ਨੋਟ ਕਰਿਓ, ਮੈਂ ਕਹਿੰਦਾ ਕਰੋਨਾ ਛੱਡੋ, ਜਿਸ ਬੰਦੇ ਦੀ ਇਮਿਊਨਿਟੀ ਸਟਰੋਂਗ ਆ, ਇਮਿਊਨਿਟੀ ਸਿਸਟਮ ਸਟਰੋਂਗ ਹੈਗਾ ਆ, ਉਹਨੂੰ ਨਜ਼ਲਾ, ਜ਼ੁਕਾਮ, ਸਿਰ ਦਰਦ, ਇਹ ਉਦਾਂ ਵੀ ਬੁਖਾਰ, ਟਾਈਫਾਇਡ ਵਗੈਰਾ ਨਹੀਂ ਹੁੰਦੇ। ਤੇ ਜਿਹੜੇ ਸਾਡੇ ਪ੍ਰੋਡਕਟ ਹੈਗੇ ਆ, ਠੀਕ ਹੈ ਜੀ, ਤਰੀਫਲਾ, ਸਾਨੂੰ ਸਾਡੇ ਆਪਣੇ ਘਰਦਿਆਂ ਕੋਲ ਪੁੱਛ ਕੇ ਸਾਰਿਆਂ ਨੂੰ ਪਤਾ। ਠੀਕ ਹੈ, ਪੁਰਾਣੇ ਬੰਦੇ ਇਹ ਆਪਣਾ ਆਂਵਲਾ, ਔਲੇ ਦਾ ਅਚਾਰ, ਠੀਕ ਹੈ, ਹਰਡ ਬਹੇੜਾ, ਇਹ ਸਭ ਕੁਝ ਸਾਡੇ ਘਰਾਂ ਦੇ ਵਿੱਚ ਹੁੰਦਾ ਸੀਗਾ, ਉਹ ਸੇਵਨ ਕਰਦੇ ਹੁੰਦੇ ਸੀਗੇ। ਤਰੀਫਲਾ, ਅਰਜੁਨਸ, ਜੀ ਵਾਟਲ ਕੈਪਸੂਲ, ਮਲਟੀਵਿਟਾਮਿਨ, ਉਹਦੇ ਨਾਲ ਰਾਮਬਾਣ, ਆਪਣੀ ਤੁਲਸੀ, ਇਹ ਚਾਰ ਚੀਜ਼ਾਂ ਅੱਜ ਦੀ ਤਰੀਕ ਦੇ ਵਿੱਚ, ਇਹ ਚਾਰ ਪ੍ਰੋਡਕਟ ਜਿਹੜੇ ਆ ਇਹ ਹਰੇਕ ਘਰ ਦੀ ਬੇਸਿਕ ਨੀਡ ਬਣ ਚੁੱਕੇ ਆ, ਮੁੱਢਲੀ ਲੋੜ ਬਣ ਚੁੱਕੇ ਆ। ਠੀਕ ਹੈ ਜੀ, ਤੇ ਇਹ ਸਾਡੇ ਕੋਲ ਸਾਰੇ ਪ੍ਰੋਡਕਟ ਹੋਣੇ ਚਾਹੀਦੇ। ਸਭ ਤੋਂ ਪਹਿਲਾਂ ਨਹੀਂ ਯਕੀਨ, ਉਹ ਦੇਖੋ ਅਸੀਂ ਲੋਕਾਂ ਨੂੰ ਯਕੀਨ ਤਾਂ ਹੀ ਦਵਾ ਸਕਦੇ ਆ ਜੇ ਸਾਡੇ ਕੋਲ ਆਪ ਕੋ ਹੋਏਗਾ। ਤੇ ਆਪ ਕੋ ਯਕੀਨ ਕਿੱਦਾਂ ਹੋਏਗਾ? ਸਭ ਤੋਂ ਪਹਿਲਾਂ ਤਾਂ ਆਪਾਂ ਨਹੀਂ ਕਹਿੰਦੇ ਕਿ ਵੇਚਣ ਵਾਸਤੇ, ਸਭ ਤੋਂ ਪਹਿਲਾਂ ਤੁਲਸੀ, ਅਰਜੁਨਸ ਔਰ ਤਰੀਫਲਾ, ਇਹ ਤਿੰਨ ਚੀਜ਼ਾਂ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਹੋਣੀਆਂ ਜ਼ਰੂਰੀ ਆ। ਜਿਹਦੇ ਘਰ ਤਿੰਨ ਚੀਜ਼ਾਂ ਹੋਈਆਂ ਨਾ, ਉਹਦੇ ਘਰ ਨਜ਼ਲਾ, ਜ਼ੁਕਾਮ, ਟਾਈਫਾਇਡ, ਬੁਖਾਰ, ਸਿਰ ਦਰਦ, ਇਹ ਚੀਜ਼ਾਂ ਕਦੇ ਵੜ ਨਹੀਂ ਸਕਦੀਆਂ। ਅਸੀਂ ਆਪਣੇ ਘਰ ਖੁਦ ਅਰਜੁਨਸ, ਤਰੀਫਲਾ, ਤੁਲਸੀ ਲਗਾਤਾਰ ਪੂਰੀ ਫੈਮਿਲੀ ਆਪਾਂ ਯੂਟਿਲਾਈਜ਼ ਇਹਦਾ ਕਰਦੇ ਪਏ ਆ, ਯੂਜ਼ ਕਰਦੇ ਪਏ ਆਪਾਂ। ਠੀਕ ਹੈ ਜੀ, ਤੇ ਆਪਾਂ ਕੀ ਹੈ GSSM ਦੇ ਨਾਲ GSL ਵੀ ਲੈ ਕੇ ਚੱਲਣੀ ਆ। ਮਾਰਕੀਟ ਦੇ ਵਿੱਚ ਜਾਣਾ, ਪ੍ਰੋਪਰ ਪ੍ਰੋਫੈਸ਼ਨਲ ਬੈਗ ਲੈ ਕੇ ਜਾਣਾ ਆਪਾਂ ਨੇ। ਠੀਕ ਹੈ ਜੀ, ਬੈਗ ਲੈ ਕੇ ਜਾਣ ਤੋਂ ਭਾਵ ਕੀ ਆ, ਡਾਈ, ਪੈਨ, ਬਰਸ਼, ਇਲੈਕਟ੍ਰੋਲਾਈਜ਼ਰ, ਉਹਦੇ ਨਾਲ ਸਾਡੇ ਹਰਬਲ ਪ੍ਰੋਡਕਟ। ਮਾਮਾ ਜੀ ਕੋ ਪਲਾਨ ਦਿਖਾਣਗੇ, ਮਾਮਾ ਜੀ ਨੇ ਆਈਡੀ ਨਹੀਂ ਪਾਈ, ਮਾਮਾ ਜੀ ਨੇ ਆਈਡੀ
ਨਹੀਂ ਪਾਈ। ਪਹਿਲਾਂ ਆਪਾਂ ਇਹ ਲੈ ਕੇ ਚੱਲੇ ਪਾਈ, ਹੁਣ ਮਾਮਾ ਜੀ ਦੀ ਆਈਡੀ ਨਹੀਂ ਪਾਈ। ਆਈਡੀ ਨਹੀਂ ਪਾਈ, ਆਪਾਂ ਬੇਹੋਸ਼ ਬੈਗ 'ਚ ਪਾਇਆ। ਉੱਠਣ ਤੋਂ ਪਹਿਲਾਂ ਆਪਣੇ ਹਰਬਲ ਪ੍ਰੋਡਕਟ ਕੱਢ ਕੇ ਦਿਖਾਣੇ ਕਿ ਦੇਖੋ ਜੀ ਸਾਡੇ ਕੋਲ ਆਹ ਵਾਲੇ ਪ੍ਰੋਡਕਟ ਵੀ ਹੈਗੇ ਨੇ। ਉਹ ਇਸ ਪ੍ਰੋਡਕਟ ਦਾ ਆਹ ਫਾਇਦਾ, ਇਸ ਪ੍ਰੋਡਕਟ ਦਾ ਆਹ ਫਾਇਦਾ, ਇਸ ਪ੍ਰੋਡਕਟ ਦਾ ਆਹ ਫਾਇਦਾ। ਅਸੀਂ ਇਹਦੇ ਵਿੱਚ ਇਹਨੂੰ ਬਹੁਤਾ ਲੰਬਾ ਨਹੀਂ ਖਿੱਚਣਾ, ਇਸ ਕਰਕੇ ਤੁਹਾਡੇ ਨੌਲੇਜ ਵਾਸਤੇ ਅਸੀਂ ਡੈਮੋ ਵਾਸਤੇ ਸਪੈਸ਼ਲ ਵੀਡੀਓ ਕਿ ਅਸੀਂ ਪਾਣੀ ਕਿੱਦਾਂ ਚੈੱਕ ਕਰਨਾ ਆ, ਪਰ ਉਹਦੇ ਨਾਲ ਇਹ ਜਿਹੜੇ 4 ਪ੍ਰੋਡਕਟ ਆਪਾਂ ਦੱਸੇ ਆ ਇਹਨਾਂ ਦੇ ਫੀਚਰਸ ਕੀ ਆ, ਇਹਨਾਂ ਦੇ ਫਾਇਦੇ ਕੀ ਆ, ਉਹਦੀ ਅਲੱਗ ਤੋਂ ਵੀਡੀਓ ਆਪਾਂ ਤੁਹਾਨੂੰ ਬਹੁਤ ਜਲਦੀ ਪ੍ਰੋਵਾਈਡ ਕਰਵਾ ਦੇਣੀ ਹੈ। ਪਰ ਸਾਡੇ ਕੋਲ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਕਿਉਂ ਹੋਣੀਆਂ ਚਾਹੀਦੀਆਂ? ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਆ ਵੀ ਲੋਕਾਂ ਨੂੰ ਪੈਸੇ ਦੀ ਲੋੜ ਆ, ਕੰਮਕਾਰ ਠੱਪ ਆ, ਲੋਕੀ ਤੁਹਾਡਾ ਸਾਥ ਦੇਣ ਵਾਸਤੇ ਮਾਰਕੀਟ ਦੇ ਵਿੱਚ ਜਾਣਗੇ ਜਾਂ ਪੈਸਾ ਕਮਾਉਣ ਵਾਸਤੇ ਮਾਰਕੀਟ ਦੇ ਵਿੱਚ ਜਾਣਗੇ? ਓਬਵੀਅਸ ਹਰੇਕ ਬੰਦਾ ਪੈਸਾ ਕਮਾਉਣ ਵਾਸਤੇ ਮਾਰਕੀਟ ਜਾਏਗਾ। ਤੇ ਜੇ ਅਸੀਂ 1000 ਰੁਪਏ ਦਾ ਪਲਾਨ ਕਰਾਂਗੇ, ਲਾਓ ਫੈਵੇ ਤੁਹਾਨੂੰ ਵੀ ਪਤਾ ਕਿ ਚਾਹੇ ਸਾਡਾ ਆਪਾਂ 10,000 ਰੁਪਏ ਮਾਰਕੀਟ ਦੇ ਵਿੱਚੋਂ ਮੰਗੀਏ, ਚਾਹੇ 50,000 ਰੁਪਏ ਮਾਰਕੀਟ ਚੋਂ ਮੰਗੀਏ, ਔਸਤ ਦਾ ਨਿਯਮ ਇਹੀ ਕਹਿੰਦਾ ਕਿ 10 ਵਿੱਚੋਂ 2 ਆਣਗੇ। ਮੈਂ ਕਹਿੰਦਾ ਇਲੈਕਟ੍ਰੋਲਾਈਜ਼ਰ ਲੈ ਕੇ ਜਿਹੜੇ ਬੰਦੇ 8 ਤੋਂ 10, 8 ਤੋਂ 8, 8 ਤੋਂ 6 ਕਿਤੇ ਕੰਮ ਕਰਦੇ ਹੁੰਦੇ ਸੀਗੇ, ਅਸੀਂ ਉਹਨਾਂ ਲੋਕਾਂ ਨੂੰ ਆਪਣੇ ਆਪ ਨਾਲ ਜੋੜ ਕੇ ਪਹਿਲਾਂ ਆਪ ਇੱਕ ਪ੍ਰੋਫੈਸ਼ਨਲ ਜੌਬ ਕਲਾਸ ਦੀ ਤਰ੍ਹਾਂ ਕੰਮ ਕਰੀਏ। ਅਸੀਂ 8 ਘੰਟੇ ਦੀ ਡਿਊਟੀ ਕਰੀਏ ਤੇ ਪਾਣੀ ਚੈੱਕ ਕਰਨ ਨੂੰ, ਡੈਮੋ ਕਰਨ ਨੂੰ, ਮੈਂ ਕਹਿੰਦਾ ਅਸੀਂ ਆਪਣੀਆਂ ਤੇ ਆਪਣੀ ਟੀਮ ਦੀਆਂ ਇੱਕ ਦਿਨ ਦੇ ਵਿੱਚ 10 ਨਹੀਂ, ਇੱਕ ਦਿਨ ਦੇ ਵਿੱਚ 5 ਡੈਮੋ ਤਾਂ ਕਰ ਸਕਦੇ ਆ। ਹੋ ਸਕਦੀ ਆ ਆਸਾਨੀ ਨਾਲ। ਮੈਂ ਕਹਿੰਦਾ ਇੱਕ ਦਿਨ ਦੇ ਵਿੱਚ ਜੇ 5 ਡੈਮੋ ਵੀ ਕੀਤੀਆਂ ਜਾਣ, ਠੀਕ ਹੈ ਜੀ, ਇਹ ਨੋਟ ਕਰੀਏ ਜਿਹੜਾ ਆਪਾਂ ਚੀਜ਼ ਦੱਸਣ ਕਹਿਣ ਲੱਗੇ ਆ, ਇੱਕ ਦਿਨ ਦੀਆਂ 5 ਡੈਮੋ ਵੀ ਕੀਤੀਆਂ ਜਾਣ ਤਾਂ 30 ਦਿਨਾਂ ਵਿੱਚ ਕਿੰਨੀਆਂ ਡੈਮੋ ਹੋ ਗਈਆਂ? 150 150 ਡੈਮੋ ਜਿਹੜੀਆਂ ਆ ਮਹੀਨੇ ਦੇ ਵਿੱਚ ਹੋ ਸਕਦੀਆਂ। 9 ਵਜੇ ਤੋਂ ਲੈ ਕੇ 3 ਵਜੇ ਤੱਕ ਰਿਲੈਕਸੇਸ਼ਨ ਆ, ਇਹ ਅੱਗੇ ਤੋਂ ਅੱਗੇ ਵਧੀ ਜਾਣੀ ਆ, ਟਾਈਮ ਵਧੀ ਜਾਣਾ। ਤੇ 150 ਲੋਕਾਂ ਨਾਲ ਆਪਾਂ ਨੇ ਗੱਲਬਾਤ ਕੀਤੀ। 150 ਦੇ ਵਿੱਚੋਂ ਜੇ 10 ਵਿੱਚੋਂ 2 ਆਉਂਦੇ ਆ ਤੇ 150 ਦੇ ਵਿੱਚੋਂ ਕਿੰਨੇ ਆਣੇ ਆ? 30। ਮੈਂ ਕਹਿੰਦਾ 30 ਛੱਡੋ, 30 ਨਹੀਂ ਆਏ, 20 ਨਹੀਂ ਆਏ, 10 ਨਹੀਂ ਆਏ, 150 ਦੇ ਵਿੱਚੋਂ ਸਿਰਫ 5 ਲੋਕ ਸਾਡੇ ਨਾਲ ਫੁੱਲ ਪੇਮੈਂਟ ਸਮਝਦੇ ਹੋ ਨਾ, ਮਤਲਬ 13,000 ਰੁਪਇਆ ਇਕੱਠਾ ਦੇ ਕੇ ਸਾਡੇ ਕੋਲੋਂ ਫਿਲਟਰ ਲਵਾ ਲਿਆ। ਕਿਉਂਕਿ ਜਿਹਨੇ ਇੱਕ ਵਾਰ ਪਾਣੀ ਦੇਖ ਲਿਆ ਉਹਨੇ 13 ਮਹੀਨੇ ਵੇਟ ਨਹੀਂ ਕਰਨਾ ਫਿਲਟਰ ਲਵਾਉਣ ਵਾਸਤੇ। ਇਹ ਸੀਜ਼ਨ ਵੀ ਇਸ ਵੇਲੇ ਗਰਮੀਆਂ ਦਾ ਫਿਲਟਰ ਦਾ ਹੀ ਆ। ਉਹ ਦੂਸਰੇ ਨੰਬਰ ਤੇ ਸਾਨੂੰ ਪਤਾ ਸਾਡੀ ਬੋਡੀ 'ਚ 90% ਪਾਣੀ ਆ ਤੇ ਇਮਿਊਨਿੰਗ ਇਹਦਾ ਵੀ ਸਿੱਧੇ ਡਾਇਰੈਕਟ ਇਮਿਊਨਿੰਗ ਸਿਸਟਮ ਦੇ ਨਾਲ ਇਹਦਾ ਲਿੰਕ ਹੈਗਾ। ਮਤਲਬ ਬੰਦੇ ਆਪਣੇ ਬੱਚਿਆਂ ਨੂੰ ਬੋਰਨਵੀਟਾ ਪਾ ਕੇ ਦੁੱਧ ਦੇਣ ਡਏ ਆ, ਠੀਕ ਆ, ਇੱਕ ਗਲਾਸ ਦਿੰਦੇ ਰਾਤ ਨੂੰ ਸੌਣ ਲੱਗੇ, ਤੇ ਪਾਣੀ ਦੇ ਗਲਾਸ ਪੀਂਦੇ 4-5 ਬੱਚੇ ਉਹਨਾਂ ਦੇ। ਕਿੱਦਾਂ ਦਾ ਪਾਣੀ ਉਹ ਚੈੱਕ ਕਰਵਾ ਦੇਣਾ। ਮੈਂ ਕਹਿੰਦਾ ਜੇ 5 ਫਿਲਟਰ ਦੀ ਫੁੱਲ ਪੇਮੈਂਟ ਨਾ ਲੱਗੇ ਤਾਂ ਇੱਕ ਫਿਲਟਰ ਦੇ ਵਿੱਚੋਂ ਕਿੰਨੇ ਪੈਸੇ ਆਣੇ ਆ? 1700, ਠੀਕ ਹੈ ਜੀ। ਤੇ 5 ਚੋਂ ਕਿੰਨੇ ਆ ਗਏ? 8500, ਠੀਕ ਹੈ ਜੀ। ਤੇ ਬਹੁਤ ਸਾਰੇ ਬੰਦੇ ਕੋਈ ਮਾਤਰ ਸਾਥੀ ਵੀ ਹੋਣਗੇ ਜਿਹੜੇ ਕਹਿਣਗੇ ਫੁੱਲ ਪੇਮੈਂਟ ਨਹੀਂ, ਤੁਸੀਂ 1000 ਰੁਪਇਆ ਲੈ ਲਓ ਤੇ ਆਪਾਂ ਬਾਕੀ ਫੇਰ ਪੈਸੇ ਦੇ ਕੇ ਲਵਾ ਲਵਾਂਗੇ। ਤੇ ਜੇ ਮੈਂ ਕਹਿੰਦਾ ਜ਼ਿਆਦਾ ਨਹੀਂ, ਮੰਨ ਲਓ 6 ਆਈਡੀਆਂ ਇਦਾਂ ਦੀਆਂ ਆ ਗਈਆਂ 1000 ਰੁਪਏ ਵਾਲੀਆਂ, 3000 ਰੁਪਇਆ ਡਾਇਰੈਕਟ ਇਨਕਮ ਇਹ ਆ ਜਾਣੀ, ਠੀਕ ਹੈ। ਉਸ ਤੋਂ ਬਾਅਦ ਜੇ ਸਾਡੇ ਬੈਗ ਦੇ ਵਿੱਚ ਪ੍ਰੋਡਕਟ ਹੋਣਗੇ, ਮੈਂ ਕਹਿੰਦਾ ਜ਼ਿਆਦਾ ਨਹੀਂ, GSSL ਹਰਬਲ ਪ੍ਰੋਡਕਟ ਦੇ ਵਿੱਚੋਂ ਬੰਦੇ ਦਾ ਸਿਰਫ 2000 ਦਾ ਚੈੱਕ ਉਹਦੇ ਵਿੱਚੋਂ ਬਣ ਗਿਆ। ਬਹੁਤ ਈਜ਼ੀ ਬਣਦਾ। ਆ ਪਿਛਲੇ ਪੇਆਊਟ ਦੇ ਵਿੱਚ ਸਾਡੀ ਟੀਮ ਦੇ ਵਿੱਚ 2400, 2800, 1800, 1600 ਇਦਾਂ ਬਹੁਤ ਸਾਰੇ ਲੋਕਾਂ ਦੇ ਚੈੱਕ ਬਣੇ ਆ, ਪਤਾ ਹੀ ਹੈ ਸਾਰਿਆਂ ਨੂੰ, ਠੀਕ ਹੈ। ਤੇ ਮੈਂ ਕਹਿੰਦਾ ਜੇ ਇਦਾਂ ਪੈਰਲਲ ਲੈ ਕੇ ਚੱਲੀਏ ਆਪਾਂ ਤਾਂ ਇੱਕ ਆਮ ਬੰਦਾ ਜਿਹੜਾ ਨਵਾਂ ਸਾਡੇ ਨਾਲ ਜੁੜੇਗਾ 8 ਤਰੀਕ 11 ਤੇ 2 10-12,000 ਰੁਪਇਆ ਤੁਹਾਡੇ ਸਾਹਮਣੇ ਇੱਕ ਨਵਾਂ ਬੰਦਾ ਆਸਾਨੀ ਨਾਲ ਕਮਾ ਸਕਦਾ ਜੇ ਅਸੀਂ ਇਸ ਤਰੀਕੇ ਦੇ ਨਾਲ ਆਪ ਕੰਮ ਕਰੀਏ ਔਰ ਬੰਦਿਆਂ ਨੂੰ ਕੰਮ ਕਰਨ ਦੀ ਆਦਤ ਜਿਹੜੀ ਉਹ ਪਾ ਦਈਏ। ਇੱਕ ਦਿਨ ਦੇ ਵਿੱਚ 5 ਲੋਕਾਂ ਦਾ ਪਾਣੀ ਚੈੱਕ ਕਰਨਾ ਘਰਾਂ ਦੇ ਵਿੱਚ ਕੋਈ ਔਖੀ ਚੀਜ਼ ਨਹੀਂ ਹੈ। ਇੱਕ ਬੰਦਾ ਫੜਿਆ ਆਪਾਂ ਨੇ, ਠੀਕ ਹੈ ਜੀ, ਆਪਣੀ ਟੀਮ ਦੇ ਵਿੱਚੋਂ, ਜਿੱਦਾਂ ਮੈਂ ਗੱਲ ਕੀਤੀ, ਮੈਂ ਜੁਆਇਨ ਹੋਇਆ, ਤੁਸੀਂ ਮੇਰੀ ਲਿਸਟ ਬਣਵਾਈ, ਠੀਕ ਹੈ, ਤੁਸੀਂ ਆਪਣੀ ਮੇਰੇ ਨਾਲ ਗੱਲਬਾਤ ਕੀਤੀ ਕਿ ਭਾਈ ਜਿਹੜੀ ਲਿਸਟ ਬਣਾਈ ਆ ਇਹਦੇ ਵਿੱਚ ਉਹ ਘਰ ਦੇਖੋ ਜਿਹਨਾਂ ਦੇ ਘਰ ਵਾਟਰ ਫਿਲਟਰ ਨਹੀਂ ਲੱਗਿਆ ਹੋਇਆ। 7-8 ਬੰਦੇ ਨਾਲ ਗੱਲ ਕਰ ਲਓ। ਆਪਾਂ ਸਵੇਰ ਨੂੰ 9:30 ਵਜੇ ਤੁਹਾਡੇ ਕੋਲ ਆਣਾ ਆ, ਠੀਕ ਹੈ। 9:30 ਵਜੇ ਤੋਂ ਲੈ ਕੇ ਚਾਹ ਪਾਣੀ ਆਪਾਂ ਕਿਸੇ ਦੇ ਘਰ ਪੀਣਾ ਨਹੀਂ, ਅਗਲੇ ਨੂੰ ਵੀ ਨਹੀਂ ਬੈਗ 'ਚ ਪਾਣਾ ਜਿਹਨਾਂ ਦੇ ਘਰ ਜਾਣਾ, ਠੀਕ ਹੈ। ਤੇ ਆਪਾਂ ਕੀ ਕਰਨਾ, ਜਾ ਕੇ ਉਹਨਾਂ ਦਾ ਪਾਣੀ ਚੈੱਕ ਕਰਕੇ ਆਪਾਂ ਆਉਣਾ ਹੈ। ਤੇ ਆਪਾਂ ਇੱਕ ਦਿਨ ਦੇ ਵਿੱਚ ਹੀ 5-7 ਲੋਕਾਂ ਦਾ ਪਾਣੀ ਆਪਣੇ ਕਲਾਇੰਟ ਦਾ ਚੈੱਕ ਕਰ ਸਕਦੇ ਹਾਂ। ਉਹ ਜਦੋਂ ਉਹਦੀ ਜੇਬ ਦੇ ਵਿੱਚ
ਔਖੇ ਟਾਈਮ ਦੇ ਵਿੱਚ ਜਿੱਥੇ ਉਹ ਨੌਕਰੀ ਕਰਦਾ ਸੀ, ਜਿੱਥੇ ਉਹ ਦੁਕਾਨ ਕਰਦਾ ਸੀਗਾ, ਜਿਹੜਾ ਉਹ ਕੰਮ ਕਰਦਾ ਸੀਗਾ, ਇਸ ਔਖੇ ਟਾਈਮ ਦੇ ਵਿੱਚ ਉਸ ਕੰਮ ਨੇ, ਉਸ ਦੁਕਾਨ ਨੇ, ਉਸ ਨੌਕਰੀ ਨੇ ਜਿੱਥੇ ਉਹਦਾ ਸਾਥ ਛੱਡ ਦਿੱਤਾ, ਉਹ ਤੁਸੀਂ ਉਹਦਾ ਹੱਥ ਫੜ ਕੇ ਉਹਦੀ ਜੇਬ 'ਚ 8-10 ਹਜ਼ਾਰ ਰੁਪਇਆ ਪਾ ਦਿੱਤਾ, ਉਹ ਬੰਦਾ ਪੂਰੀ ਜ਼ਿੰਦਗੀ ਤੁਹਾਡੇ ਨਾਲ ਜੁੜ ਕੇ ਰਹੇਗਾ। ਇਸ ਵੇਲੇ ਉਹ ਬੰਦੇ ਦੀ ਟੀਮ ਖੜੀ ਆਣੀ ਆ, ਜਿਸ ਬੰਦੇ ਨੇ ਜੇ ਟੀਮ ਮਾਰਕੀਟ 'ਚ ਕੱਢਣੀ ਤੇ ਉਹਦਾ ਪੈਸਾ ਬਣਦਾ ਰਵੇ। ਠੀਕ ਹੈ, ਤੇ ਆਪਾਂ ਧਿਆਨ ਰੱਖਣਾ ਕਿ ਸਾਡੀ ਟੀਮ ਦਾ ਪੈਸਾ ਜਿਹੜਾ ਉਹ ਕਿਸ ਤਰੀਕੇ ਨਾਲ ਬਣਦਾ ਹੈ। ਤੇ ਅਸੀਂ ਇਹ 8-10 ਹਜ਼ਾਰ ਰੁਪਇਆ ਹਰੇਕ ਬੰਦੇ ਦੀ ਜੇਬ ਦੇ ਵਿੱਚ ਅਸੀਂ ਜਿਹੜਾ ਉਹ ਹਰੇਕ ਤਰੀਕੇ ਪਵਾਉਣਾ ਬਹੁਤ ਆਸਾਨ, ਬਹੁਤ ਜ਼ਿਆਦਾ ਆਸਾਨ ਆ। ਦੇਖੋ ਜਦੋਂ ਦਾ ਕਹਿਣਾ ਹੈਗਾ ਤੁਹਾਨੂੰ ਅੱਜ ਇਹ ਵਾਲੀ ਚੀਜ਼, ਇਹ ਨਹੀਂ ਕਿ ਅਸੀਂ ਕੀਤੀ ਨਹੀਂ ਹੈ, ਜਦੋਂ ਦੀ ਰਿਲੈਕਸੇਸ਼ਨ ਮਿਲੀ ਆ ਅਸੀਂ ਡੇਲੀ ਮਾਰਕੀਟ ਦੇ ਵਿੱਚ ਕੋਈ ਨਾ ਕੋਈ ਕੰਮ, ਕੱਲ ਅਸੀਂ ਮਾਲਪੁਰ ਗੜਸ਼ੰਕਰ ਸੈਲਾ ਇੱਥੇ ਜਾ ਕੇ ਆਏ, ਆਪਾਂ ਸਮਾਨ ਦੇ ਕੇ ਆਏ, 5,500 ਦਾ ਹੈਰਬਲ ਪ੍ਰੋਡਕਟ ਦੇ ਕੇ ਆਏ ਆ। ਠੀਕ ਹੈ, ਇੱਕ ਆਪਣਾ ਉੱਥੇ ਮਾਲਪੁਰ ਤੇ ਇੱਕ ਆਪਾਂ ਅੱਗੇ ਸੈਲੇ ਕੋਲ ਗੜਸ਼ੰਕਰ, ਠੀਕ ਹੈ, ਉੱਥੇ ਦੇ ਕੇ ਆਏ ਆ। ਆਪਾਂ ਜਾਣੇ ਪਏ ਆ ਪਰ ਆਪਾਂ ਸੇਫਟੀ ਦਾ ਪੂਰਾ ਧਿਆਨ ਰੱਖਦੇ ਪਏ ਆ। ਠੀਕ ਹੈ ਨਾ, ਅਸੀਂ ਥੋਪਣਾ ਨਹੀਂ ਚਾਹੁੰਦੇ ਤੁਹਾਡੇ ਤੇ, ਇਸ ਕਰਕੇ ਆਪਾਂ ਤੁਹਾਡੇ ਨਾਲ ਗੱਲ ਨਹੀਂ ਕੀਤੀ। ਪਰ ਜਿੱਦਾਂ ਮਾਰਕੀਟ ਦੇ ਵਿੱਚ ਬੰਦੇ ਗਏ ਆ, ਕੱਲ ਕੁਝ ਬੰਦੇ ਉੱਥੇ ਜਾ ਕੇ ਕਿਸ਼ਤਾਂ ਲੈ ਕੇ ਆਏ ਆ, ਤੇ ਉਹ ਫਿਰ ਸਾਨੂੰ ਚਿੰਤਾ ਹੁੰਦੀ ਉਹਨਾਂ ਦੀ। ਠੀਕ ਹੈ, ਤੇ ਤੁਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਆ ਤੇ ਪਲੀਜ਼ ਆਪਾਂ ਆਪਣੀ ਸਿਹਤ ਦਾ, ਆਪਣੀ ਫੈਮਿਲੀ ਦਾ ਧਿਆਨ ਰੱਖਦੇ ਹੋਏ, ਜਿਹੜੀਆਂ ਆਪਾਂ ਨਿੱਕੀਆਂ ਨਿੱਕੀਆਂ ਬਰੀਕੀਆਂ ਦੱਸੀਆਂ ਉਹਨਾਂ ਦਾ ਧਿਆਨ ਰੱਖਦੇ ਹੋਏ, ਜੇ ਫੇਰ ਵੀ ਕਿਸੇ ਤੇ ਕੋਈ ਸ਼ੰਕਾ ਹੈਗੀ ਆ ਤੇ ਤੁਸੀਂ ਜਾਣ ਤੋਂ ਪਹਿਲਾਂ ਸਾਨੂੰ ਫੋਨ ਕਰ ਲੈਣਾ, ਕਿਸ ਤਰੀਕੇ ਨਾਲ ਅਸੀਂ ਮਾਰਕੀਟ ਦੇ ਵਿੱਚ ਸੇਫਟੀ ਰੱਖ ਸਕਦੇ ਆ ਤੇ ਅਸੀਂ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰੀਏ ਤੇ ਆਪਣੀ ਜ਼ਿੰਦਗੀ ਦੀ ਪਟੜੀ ਜਿਹੜੀ ਗੱਡੀ ਆ ਉਹਨੂੰ ਮੁੜ ਕੇ ਪਟੜੀ ਤੇ ਲੈ ਕੇ ਆਈਏ। ਠੀਕ ਹੈ, ਬਹੁਤ ਆਸਾਨ ਆ, ਹਰ ਮੌਕੇ ਤੇ ਦਿਨ ਰਾਤ ਅਸੀਂ ਤੁਹਾਡੇ ਨਾਲ ਹੈਗੇ ਆ। ਠੀਕ ਹੈ, ਤੇ ਇੱਕ ਤਾਂ ਮੁੜ ਕੇ ਰੀਸਟਾਰਟ ਕਰਨ ਲੱਗੇ ਆ। ਬਹੁਤ ਸਾਰੇ ਬੰਦੇ ਕਹਿੰਦੇ ਸੀਗੇ ਸਟਾਰਟਿੰਗ ਦੇ ਵਿੱਚ ਪਹਿਲਾਂ ਲੋਕਡਾਊਨ ਤੋਂ ਕਿ ਭਾਈ ਸ਼ੁਰੂਆਤ ਵਧੀਆ ਨਹੀਂ ਹੋਈ, ਹੁਣ ਸਾਡਾ ਕੰਮ ਹੋ ਗਿਆ, ਹੁਣ ਟੀਮ ਬਣ ਗਈ। ਹੁਣ ਸਭ ਤੋਂ ਵੱਡਾ ਪਲੱਸ ਪੁਆਇੰਟ ਕੀ ਆ, ਹੁਣ ਮੈਂ ਵੀ ਮੁੜ ਕੇ ਸ਼ੁਰੂ ਕਰਨ ਲੱਗਾ, ਤੁਸੀਂ ਵੀ ਮੁੜ ਕੇ ਸ਼ੁਰੂ ਕਰਨ ਲੱਗੇ। ਜਿੱਦਾਂ ਦੀਆਂ ਨੀਆਂ ਤੁਸੀਂ ਬਣਾਉਣੀਆਂ ਚਾਹੁੰਦੇ ਹੋ ਉਦਾਂ ਦੀਆਂ ਮਜ਼ਬੂਤ ਨੀਆਂ ਬਣਾ ਲਵੋ। ਹੁਣ ਤਾਂ ਸਮਝ ਹੈਗੀ ਆ ਸਾਨੂੰ ਨੈਟਵਰਕ ਮਾਰਕੀਟਿੰਗ ਦੀ, ਟੀਮ ਨੂੰ ਚਲਾਉਣ ਦੀ, ਤੇ ਅੱਜ ਆਪਾਂ ਨਵੇਂ ਸਿਰੇ ਤੋਂ ਨਵੇਂ ਜੋਸ਼ ਨਾਲ ਸ਼ੁਰੂ ਕਰਨਾ। ਫਿਰ ਭਈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਛਤਾਣਾ ਨਾ ਪਵੇ ਕਿ ਯਾਰ ਕਾਸ਼ ਉਦੋਂ ਆਹ ਟੀਮ ਚੀਜ਼ ਕੀਤੀ ਹੁੰਦੀ ਤੇ ਮੇਰੀ ਟੀਮ ਉਦੋਂ ਵਧੀਆ ਹੁੰਦੀ। ਇਦਾਂ ਦੀ ਗੱਲਬਾਤ ਜਿਹੜੀ ਆਪਾਂ ਦੱਸਿਆ ਕਿ ਡੈਮੋ ਦੀ ਵੀਡੀਓ ਬਹੁਤ ਜਲਦੀ ਤੁਹਾਨੂੰ ਆਪਾਂ ਪ੍ਰੋਵਾਈਡ ਕਰਵਾ ਦੇਣੀ ਆ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਹੈਰਬਲ ਪ੍ਰੋਡਕਟਸ ਆ ਉਹਨਾਂ ਦੀ ਵੀਡੀਓ ਤੁਹਾਨੂੰ ਬਹੁਤ ਜਲਦੀ ਪ੍ਰੋਵਾਈਡ ਕਰਵਾ ਦੇਣੀ ਆ। ਸ਼ੋਅ ਦਾ ਪਲਾਨ ਦਾ ਇੱਕ ਹੋਰ ਰਸਤਾ ਵੀ ਸਾਡੇ ਕੋਲ ਹੈਗਾ, ਲਿਸਟ ਬਣਾਈ, ਕੰਟੈਕਟ ਕੀਤਾ, ਸ਼ੋਅ ਦਾ ਪਲਾਨ ਤੇ ਬੰਦਾ ਕਹਿੰਦਾ ਕੀ ਪਲਾਨ ਕੀ ਹੈਗਾ ਆ, ਉਹ ਬੰਦਾ ਕਹਿੰਦਾ ਨਹੀਂ ਮੈਂ ਨਹੀਂ ਲਾਈਕ ਕਰਦਾ ਕੋਈ ਮੇਰੇ ਘਰ ਆਵੇ, ਤੁਸੀਂ ਉਹਨੂੰ YouTube ਦਾ ਲਿੰਕ ਭੇਜ ਦਿਵੋ ਕਿ ਤੁਹਾਨੂੰ ਆਪਾਂ ਲਿੰਕ ਭੇਜਿਆ, ਤੁਸੀਂ ਉਹ 23 ਮਿੰਟ ਦੀ ਵੀਡੀਓ ਦੇਖੋ, ਪਲਾਨ ਦੇਖੋ, ਮੈਂ ਤੁਹਾਨੂੰ ਫੋਨ ਕਰਦਾ ਫਿਰ। ਠੀਕ ਹੈ, ਪਲਾਨ ਕਹਿੰਦਾ ਇਹ ਤਰੀਕਾ ਬਹੁਤ ਵਧੀਆ, ਫਿਰ ਫੋਨ ਤੇ ਫੋਲੋ ਅਪ ਦੇ ਦੇਣਾ ਉਹਨੂੰ, ਗੂਗਲ ਪੇ ਤੇ ਪੇਟੀਐਮ ਤੇ ਪੇਮੈਂਟ ਮੰਗਾਓ ਤੇ ਆਈਡੀ ਉਹਦੀ ਲੌਗਇਨ ਹੋ ਗਈ। ਕਲੀਅਰ ਜੀ। ਤੇ ਇਦਾਂ ਦੀ ਹੋਰ ਵੀ ਟਿਪਸ ਉਹ ਇਦਾਂ ਦੀਆਂ ਵੀਡੀਓਜ਼ ਟਾਈਮ ਟੂ ਟਾਈਮ ਦੇਖਣ ਵਾਸਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਵੇ। ਠੀਕ ਹੈ, ਬਿਨਾ ਸਾਨੂੰ ਮੰਨ ਲਓ ਫੋਰ ਐਗਜ਼ਾਮਪਲ ਸਾਡੀ ਅਪਲਾਈਨ ਨਹੀਂ ਵੀ ਇਨਫੋਰਮੇਸ਼ਨ ਦੇ ਪਾਉਂਦੀ, ਸਾਨੂੰ ਉਦੋਂ ਹੀ ਪਤਾ ਲੱਗ ਜਵੇ ਭਈ ਪਰਸਨਲ ਡਿਵੈਲਪਮੈਂਟ ਪੇਜ ਦੇ ਉੱਤੇ ਸਾਡੀ ਅਪਲਾਈਨ ਵੱਲੋਂ, ਮਨਦੀਪ ਜੀ ਵੱਲੋਂ ਕੋਈ ਸਾਨੂੰ, ਸੰਦੀਪ ਜੀ ਵੱਲੋਂ ਕੋਈ ਨੌਲੇਜ ਮਿਲਣ ਵਾਲੀ ਹੈ, ਕੋਈ ਸੈਸ਼ਨ ਲੱਗਣ ਵਾਲਾ ਆਨਲਾਈਨ ਇਦਾਂ ਦਾ, ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਉਹ ਨੋਟੀਫਿਕੇਸ਼ਨ ਵਾਸਤੇ ਲੈਣ ਵਾਸਤੇ ਥੱਲੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ। ਠੀਕ ਹੈ ਜੀ, ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਮਿਲ ਜੇਗੀ। ਤੇ ਇੱਥੇ ਵਾਈਂਡ ਅਪ ਕਰਦੇ ਆ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣਾ। ਜੇ ਕੰਮ ਤੇ ਜਾਣਾ ਆ ਹੱਥ ਜੋੜ ਕੇ ਬੇਨਤੀ, ਆਪਣਾ ਧਿਆਨ ਪਹਿਲਾਂ ਰੱਖਣਾ, ਪਰਿਵਾਰ ਦਾ ਆਪਣੇ ਆਪੇ ਹੱਥ ਹੋ ਜਾਣਾ ਆ। ਠੀਕ ਹੈ ਜੀ, ਸਾਨੂੰ ਕੰਮ ਨਹੀਂ ਤੁਸੀਂ ਜ਼ਰੂਰੀ ਆ। ਠੀਕ ਹੈ, ਤੇ ਇਹ ਵਾਲਾ ਅੱਜ ਵੀ ਆਪ ਵੀ ਜਿੱਤਣਾ ਤੇ ਟੀਮ ਵੀ ਤੁਹਾਡੀ ਜ਼ਿਆਦਾ ਵਿਨ ਕਰੇ। ਥੈਂਕ ਯੂ, ਥੈਂਕ ਯੂ, ਥੈਂਕ ਯੂ।